हेलो स्टूडेंट्स, साडा आज ਦਾ ਟੌਪਿਕ ਹੈ ਪੋਸਟ ਕਲੋਨੀਅਲਿਜ਼ਮ ਥਿਊਰੀ। ਇਹ ਜਿਹੜੀ ਹੈ ਸਾਡੇ 4th ਬੁੱਕ ਦੀ ਨਾਲ ਰਿਲੇਟਡ ਹੈ। ਮੇਜਰ ਥੀਮ ਇਨ ਰੀਸੈਂਟ ਜੋ ਵੀ ਹੈ, ਠੀਕ ਹੈ। ਇਹਨਾਂ ਵਿੱਚ ਕੀ ਹੈ, ਪੋਸਟ ਕਲੋਨੀਅਲਿਜ਼ਮ ਥਿਊਰੀ ਦੇ ਬਾਰੇ ਡਿਸਕਸ ਕੀਤਾ ਗਿਆ ਹੈ। ਪੋਸਟ ਕਲੋਨੀਅਲਿਜ਼ਮ ਥਿਊਰੀ ਹੈ ਜਿਹੜੀ, ਇਹ ਇੱਕ ਅਜਿਹੀ ਥਿਊਰੀ ਹੈ ਜਿਸ ਨੂੰ ਕੀ ਹੈ ਅਜਿਹੇ ਦੇਸ਼ਾਂ ਵੱਲੋਂ ਅਡਾਪਟ ਕੀਤਾ ਗਿਆ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਪਾਵਰਫੁਲ ਦੇਸ਼ ਦੇ ਅੰਦਰ ਗੁਲਾਮ ਰਹੇ ਹੋਣ। ਠੀਕ ਹੈ, ਪਾਵਰਫੁਲ ਦੇਸ਼ ਦੇ ਅੰਦਰ ਗੁਲਾਮ ਰਹੇ ਹੋਣ ਤਾਂ ਅਜਿਹੀ ਕੰਟਰੀ ਦੇ ਅੰਦਰ ਜਦੋਂ ਉਹ ਗੁਲਾਮ ਰਹਿ ਕੇ ਉਸ ਕਲਚਰ ਨੂੰ, ਉਹਨਾਂ ਦੀ ਜੋ ਸੋਚ ਨੂੰ, ਉਹਨਾਂ ਦੀ ਜੋ ਵਿਚਾਰਧਾਰਾ ਸੀ ਉਸ ਨੂੰ ਅਡਾਪਟ ਕਰਦੇ ਹਨ ਤਾਂ ਅਸੀਂ ਉਸ ਨੂੰ ਪੋਸਟ ਕਲੋਨੀਅਲਿਜ਼ਮ ਥਿਊਰੀ ਕਹਿੰਦੇ ਹਾਂ। ਠੀਕ ਹੈ, ਪੋਸਟ ਕਲੋਨੀਅਲਿਜ਼ਮ ਥਿਊਰੀ ਹੈ ਜਿਹੜੀ, ਉਹ ਕਿਸੇ ਇੱਕ ਦੇਸ਼ ਵੱਲੋਂ ਨਹੀਂ ਬਲਕਿ ਅਲੱਗ-ਅਲੱਗ ਦੇਸ਼ਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀ ਥਿਊਰੀ ਲਿਖੀ ਗਈ। ਉਹਨਾਂ ਨੇ ਜਦੋਂ ਇੱਕ ਦੇਸ਼, ਪਾਵਰਫੁਲ ਦੇਸ਼ ਜਦੋਂ ਦੂਸਰੇ ਵੀਕ ਦੇਸ਼ ਨੂੰ ਆਪਣੇ ਕੰਟਰੋਲ ਦੇ ਅੰਡਰ ਜਾਂ ਆਪਣੀ ਕਲੋਨੀ ਬਣਾ ਲੈਂਦਾ ਹੈ ਤਾਂ ਉਦੋਂ ਕੀ ਹੈ, ਉਹ ਉਸ ਦਾ ਸ਼ੋਸ਼ਣ ਕਰਦਾ ਹੈ। ਕਿਸ ਪੱਖੋਂ? ਰਾਜਨੀਤਿਕ ਪੱਖੋਂ, ਸਮਾਜਿਕ ਪੱਖੋਂ, ਆਰਥਿਕ ਪੱਖੋਂ, ਮੈਂਟਲੀ। ਠੀਕ ਹੈ, ਇਸ ਤਰ੍ਹਾਂ ਡਿਫਰੈਂਟ ਤਰੀਕਾਂ ਨਾਲ ਉਹਨਾਂ ਨੂੰ ਕੀ ਹੈ, ਸ਼ੋਸ਼ਿਤ ਕਰਦਾ ਹੈ ਤੇ ਆਪਣੇ ਅਕੋਰਡਿੰਗ ਜਿਹੜਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਦੀ ਆਰਥਿਕ ਸਥਿਤੀ ਨੂੰ ਇਸ ਪ੍ਰਕਾਰ ਕਮਜ਼ੋਰ ਕਰ ਦਿੰਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਆਪਣੀ ਡਿਵੈਲਪਮੈਂਟ ਨਹੀਂ ਕਰ ਸਕਣ। ਸੋ ਆਓ ਅੱਜ ਅਸੀਂ ਇਸ ਦੇ ਬਾਰੇ ਡੀਪਲੀ ਐਨਾਲਾਈਜ਼ ਕਰਾਂਗੇ ਕਿ ਪੋਸਟ ਕਲੋਨੀਅਲਿਜ਼ਮ ਥਿਊਰੀ ਹੁੰਦੀ ਕੀ ਹੈ ਅਤੇ ਇਸ ਦਾ ਮੀਨਿੰਗ ਕੀ ਹੈ, ਇਸ ਦੇ ਸੰਬੰਧੀ ਨਿਊ ਕਨਸੈਪਟਸ ਕੀ ਨੇ ਅਤੇ ਡਿਫਰੈਂਟ ਤਰੀਕਿਆਂ ਨਾਲ ਪੋਸਟ ਕਲੋਨੀਅਲਿਜ਼ਮ ਥਿਊਰੀ ਨੂੰ ਐਕਸਪਲੇਨ ਕਰਾਂਗੇ। ਨਾਓ ਸਭ ਤੋਂ ਪਹਿਲਾਂ ਜਾਣਦੇ ਹਨ ਕਿ ਪੋਸਟ ਕਲੋਨੀਅਲਿਜ਼ਮ ਥਿਊਰੀ ਹੈ ਕੀ, ਜਾਂ ਪੋਸਟ ਕਲੋਨੀਅਲਿਜ਼ਮ ਹੈ ਜਿਹੜਾ ਉਹ ਕੀ ਹੈ। ਵਟ ਇਜ਼ ਪੋਸਟ ਕਲੋਨੀਅਲਿਜ਼ਮ? ਇਹ ਇੱਕ ਅਜਿਹਾ ਮੈਥਡ ਹੈ, ਠੀਕ ਹੈ, ਜਿਸ ਵਿੱਚ ਅਸੀਂ ਲੋਕਾਂ ਨੂੰ ਸਮਝਦੇ ਹਾਂ ਕਿ ਉਹਨਾਂ ਨੇ ਇੱਕ ਕਲੋਨੀਅਲਿਜ਼ਮ ਤੋਂ ਕਿਵੇਂ ਇਫੈਕਟਡ ਹੋਏ ਹਨ। ਅੱਜ ਵੀ ਕਲੋਨੀਜ਼ ਹੋਣ ਜਾਂ ਕਿਸੇ ਜ਼ਮਾਨੇ ਵਿੱਚ ਕਲੋਨੀਜ਼ ਰਹੀਆਂ ਹੋਣ, ਠੀਕ ਹੈ, ਜਾਂ ਉਸਦਾ ਪਾਰਟ ਰਹੇ ਹੋਣ। ਫॉर एग्जाम्पल इंडिया आल्सो अ पार्ट ऑफ कॉलोनियलिज्म। ਤੇ ਇਸ ਤੋਂ ਬਾਅਦ ਇੰਡੀਆ ਵਿੱਚ ਕੀ ਚੇਂਜ ਆਏ, ਕਿਸ ਪ੍ਰਕਾਰ ਦੀ ਉਸ ਵਿੱਚ ਉਸ ਤੇ ਬੀਤੀ, ਇਹ ਸਭ ਕੁਝ ਜਦ ਅਸੀਂ ਪੜ੍ਹਦੇ ਹਾਂ ਤਾਂ ਉਹ ਪੋਸਟ ਕਲੋਨੀਅਲਿਸਟ ਕਹਿੰਦੇ ਹਨ। ਜੋ ਪੜ੍ਹਦੇ ਹਨ ਜਾਂ ਇਸ ਬਾਰੇ ਜੋ ਸਾਨੂੰ ਜਾਣਕਾਰੀ ਮਿਲਦੀ ਹੈ ਉਹ ਪੋਸਟ ਕਲੋਨੀਅਲਿਜ਼ਮ ਹੁੰਦੀ ਹੈ। ਠੀਕ ਹੈ, ਭਾਵ ਕਿ ਜਦੋਂ ਪੋਸਟ ਕਲੋਨੀਅਲਿਜ਼ਮ ਇੱਕ ਅਜਿਹਾ ਮੈਥਡ ਹੈ ਜਿਸ ਵਿੱਚ ਕੀ ਆ, ਉਹ ਲੋਕ ਲਿਟਰੇਚਰ ਲਿਖਦੇ ਹਨ ਕਿ ਉਹਨਾਂ ਤੇ ਜਿਹੜਾ ਜਦੋਂ ਉਹ ਕਲੋਨੀਜ਼ ਵਿੱਚ ਰਹਿੰਦੇ ਸਨ, ਭਾਵ ਕਿ ਇੱਕ ਪਾਵਰਫੁਲ ਕੰਟਰੀ ਦੁਆਰਾ ਇੱਕ ਵੀਕ ਕੰਟਰੀ ਦੇ ਰੂਪ ਵਿੱਚ ਕਿਸੇ ਦੇਸ਼ ਦੀ ਕਲੋਨੀਜ਼ ਦੇ ਰੂਪ ਵਿੱਚ ਰਹਿੰਦੇ ਸਨ ਤਾਂ ਕੀ ਹੈ, ਉਹ ਕਿਸ ਤਰ੍ਹਾਂ ਨਾਲ ਉਸ ਪਾਵਰਫੁਲ ਦੇਸ਼ ਤੋਂ ਇਫੈਕਟਡ ਸਨ। ਠੀਕ ਹੈ, ਕਿਸ ਜ਼ਮਾਨੇ ਵਿੱਚ ਰਹੇ ਸਨ, ਕਿਵੇਂ ਉਹਨਾਂ ਤੇ ਇਫੈਕਟ ਪਿਆ। ਫॉर एग्जाम्पल ਇੰਡੀਆ ਹੈ ਜਿਹੜਾ ਬ੍ਰਿਟੇਨ ਦੇ ਅੰਡਰ ਕਲੋਨੀਜ਼ ਦੇ ਰੂਪ ਵਿੱਚ ਰਿਹਾ ਸੀ, ਉਸ ਤੋਂ ਬਾਅਦ ਕੀ, ਜਦੋਂ ਇੰਡੀਆ ਡੀਕੋਲੋਨਾਈਜੇਸ਼ਨ ਦੇ ਅਕੋਰਡਿੰਗ ਜਦੋਂ ਆਜ਼ਾਦ ਹੋਇਆ ਤਾਂ ਉਸ ਵਿੱਚ ਕੀ ਚੇਂਜਿਸ ਆਏ। ਠੀਕ ਹੈ, ਕਿਸ ਪ੍ਰਕਾਰ ਉਹ ਦੱਸਦਾ ਹੈ ਕਿ ਸਾਡਾ ਐਕਸਪਲੋਇਟੇਸ਼ਨ ਕਿਸ ਪ੍ਰਕਾਰ ਦਾ ਹੋਇਆ, ਉਹਨਾਂ ਤੇ ਕਿਸ ਪ੍ਰਕਾਰ ਦੀ ਬੀਤੀ ਹੋਈ। ਠੀਕ ਹੈ, ਆਪ ਇਹ ਸਭ ਕੁਝ ਪੜ੍ਹਦੇ ਹਨ ਜਾਂ ਉਸ ਬਾਰੇ ਜੋ ਵੀ ਸਾਨੂੰ ਜੋ ਲਿਟਰੇਚਰ ਮਿਲਦਾ ਹੈ ਵੀ ਇਹ ਦੁਰਘਟਨਾਵਾਂ ਹੋਈਆਂ, ਇਹਨਾਂ ਮੂਵਮੈਂਟਸ ਦੇ ਅਧੀਨ ਅਸੀਂ ਜਿਹੜੀ ਆਜ਼ਾਦੀ ਪ੍ਰਾਪਤ ਕੀਤੀ, ਇੰਨੇ ਲੋਕ ਸ਼ਹੀਦ ਹੋਏ, ਇਹ ਘਟਨਾਵਾਂ ਹੋਈਆਂ, ਇਹਨਾਂ ਸਭ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹ ਪੋਸਟ ਕਲੋਨੀਅਲਿਸਟ ਕਹਿੰਦੇ ਹਨ। ਠੀਕ ਹੈ, ਅਤੇ ਜਦੋਂ ਇਹ ਸਾਰੇ ਬਾਰੇ ਸਾਨੂੰ ਜਦੋਂ ਅੱਜ ਅਸੀਂ ਇਸ ਬਾਰੇ ਪੜ੍ਹਦੇ ਹਨ ਤਾਂ ਜਿਹੜਾ ਉਹ ਪੋਸਟ ਕਲੋਨੀਅਲਿਜ਼ਮ ਕਹਾਉਂਦਾ ਹੈ। ਪੋਸਟ ਕਲੋਨੀਅਲਿਜ਼ਮ ਉੱਭਰਦੇ ਸਮਾਜ ਆਤਮ ਨਿਰਣੇ ਦਾ ਅਧਿਕਾਰ ਪ੍ਰਾਪਤ ਕਰਦਾ ਹੈ, ਜੋ ਪੱਛਮੀ ਮਾਪਦੰਡ
ਪਰੰਪਰਾਵਾਂ ਦੇ ਕਾਨੂੰਨੀ ਅਤੇ ਰਾਜਨੀਤਿਕ ਪਰੰਪਰਾਵਾਂ ਨੂੰ ਅਸਵੀਕਾਰ ਕਰਕੇ ਉਪਨਿਵੇਸ਼ਕ ਸ਼ਕਤੀਆਂ ਦੀ ਸਮਾਪਤੀ ਦੇ ਢੰਗ ਦਾ ਅਧਿਐਨ ਕਰਦਾ ਹੈ। ਭਾਵ ਕਿ ਜਦੋਂ ਪੋਸਟ ਕਲੋਨੀਅਲਿਜ਼ਮ ਹੈ, ਜਦੋਂ ਇੱਕ ਉੱਭਰਦੇ ਸਮਾਜ ਜਦੋਂ ਆਜ਼ਾਦ ਹੋਣ ਦੇ ਲਈ ਸੰਘਰਸ਼ ਕਰ ਰਿਹਾ ਸੀ, ਤਾਂ ਕੀ ਉਹਨਾਂ ਦਾ ਅਧਿਕਾਰ ਇਹ ਸੀ ਕਿ ਉਹ ਸੁਤੰਤਰਤਾ ਪ੍ਰਾਪਤ ਕਰਨ। ਪਰ ਜਦੋਂ ਉਹ ਪੱਛਮੀ ਮਾਪਦੰਡ ਪਰੰਪਰਾਵਾਂ ਕਿ ਉਹਨਾਂ ਦੇ ਰੂਲਸ ਰੈਗੂਲੇਸ਼ਨ ਸੀਗੇ, ਜਿਸ ਰੂਲਸ ਰੈਗੂਲੇਸ਼ਨ ਵਿੱਚ ਜੋ ਨਿਯਮ ਕਾਇਦੇ ਅਨੁਸਾਰ ਉਹ ਰਹਿ ਰਹੇ ਸਨ, ਮਾਪਦੰਡ ਸੀ, ਪ੍ਰਿੰਸੀਪਲ ਸੀ, ਠੀਕ ਹੈ, ਉਹਨਾਂ ਦੀਆਂ ਜੋ ਪਰੰਪਰਾਵਾਂ ਸੀ, ਉਹਨਾਂ ਵਿੱਚ ਦੇ ਅਕੋਰਡਿੰਗ ਜੋ ਕਾਨੂੰਨੀ ਰਾਜਨੀਤਿਕ ਪ੍ਰਣਾਲੀ ਨੂੰ ਕੀ ਉਹਨਾਂ ਨੇ ਅਸਵੀਕਾਰ ਕਰਕੇ ਉਪਨਿਵੇਸ਼ਕ ਸ਼ਕਤੀਆਂ ਦੀ ਸਮਾਪਤੀ ਦੇ ਢੰਗ ਦਾ ਅਧਿਐਨ ਕਰਦੇ ਹਨ ਕਿ ਕਿਵੇਂ ਉਹਨਾਂ ਨੇ ਉਪਨਿਵੇਸ਼ਕ ਜੋ ਕਿ ਪਾਵਰਫੁਲ ਕੰਟਰੀਆਂ ਸੀ, ਉਹਨਾਂ ਦੀ ਸ਼ਕਤੀਆਂ ਦੀ ਸਮਾਪਤੀ ਕੀਤੀ ਅਤੇ ਉਸ ਸੰਬੰਧੀ ਜੋ ਅਧਿਐਨ ਕੀਤਾ ਜਾਂਦਾ ਹੈ ਉਸਨੂੰ ਪੋਸਟ ਕਲੋਨੀਅਲਿਜ਼ਮ ਕਹਿੰਦੇ ਹਨ। ਪੋਸਟ ਕਲੋਨੀਅਲਿਜ਼ਮ ਵਿਸਤ੍ਰਿਤ ਰੂਪ ਵਿੱਚ ਸੰਸਕ੍ਰਿਤੀਆਂ, ਸਮਾਜਾਂ ਉੱਪਰ ਉਪਨਿਵੇਸ਼ਕਾਂ ਦੇ ਪ੍ਰਭਾਵ ਦਾ ਅਧਿਐਨ ਹੈ। ਭਾਵ ਕਿ ਉਹਨਾਂ ਦੀ ਸੰਸਕ੍ਰਿਤੀ ਦਾ ਸਾਡੇ ਉਪਨਿਵੇਸ਼ਕਾਂ ਤੇ ਕੀ ਪ੍ਰਭਾਵ ਪਿਆ। ਇਸ ਦਾ ਸੰਬੰਧ ਯੂਰਪੀ ਦੇਸ਼ਾਂ ਦੁਆਰਾ ਤੀਸਰੀ ਦੁਨੀਆ ਨੂੰ ਕਿਸ ਪ੍ਰਕਾਰ ਜਿੱਤਿਆ ਤੇ ਸੰਸਕ੍ਰਿਤਿਕ ਰੂਪ ਵਿੱਚ ਉਹਨਾਂ ਨੇ ਸਾਡੇ ਤੇ ਨਿਯੰਤਰਣ ਕੀਤਾ। ਇਹ ਸਭ ਕੁਝ ਹੈ ਜਦੋਂ ਪੋਸਟ ਕਲੋਨੀਅਲਿਜ਼ਮ ਵਿੱਚ ਆਉਂਦਾ ਹੈ ਤਾਂ ਕੀ ਹੈ ਇਹ ਸਾਡੇ ਇੱਕ ਸਾਹਿਤ ਦੇ ਜਾਂ ਇਤਿਹਾਸ ਦੇ ਰੂਪ ਵਿੱਚ ਸਾਡੀ ਸੰਸਕ੍ਰਿਤੀ ਨਾਲ ਜੁੜ ਜਾਂਦਾ ਹੈ। ਪੋਸਟ ਮਾਡਰਨਿਜ਼ਮ ਤੋਂ ਬਾਅਦ ਜਦੋਂ ਪੋਸਟ ਕਲੋਨੀਅਲਿਜ਼ਮ ਆਧੁਨਿਕਤਾ ਨੂੰ ਇੱਕ ਨਵੇਂ ਪਰਿਪੇਖ ਵਿੱਚ ਦਿਖਾਉਂਦਾ ਹੈ, ਪਰਸਪੈਕਟਿਵ ਵਿੱਚ ਵਿਖਾਉਂਦਾ ਹੈ, ਤਾਂ ਪੋਸਟ ਕਲੋਨੀਅਲਿਜ਼ਮ ਇੱਕ ਅਕੈਡਮਿਕ ਡਿਸਿਪਲਿਨ ਹੈ ਜੋ ਉਪਨਿਵੇਸ਼ਵਾਦ, ਠੀਕ ਹੈ, ਉਪਨਿਵੇਸ਼ਵਾਦ ਕੌਣ ਸੀ? ਪਾਵਰਫੁਲ ਕੰਟਰੀਜ਼ ਅਤੇ ਸਾਮਰਾਜਵਾਦ ਜੋ ਕਿ ਵਿਸਥਾਰ ਕਰਨਾ ਚਾਹੁੰਦਾ ਸੀ, ਦੀ ਸੰਸਕ੍ਰਿਤੀ ਵਿਰਾਸਤ ਇੱਕ ਦੇਸ਼ ਨੂੰ ਨਿਯੰਤਰਿਤ ਕਰਕੇ ਅਤੇ ਸਥਾਪਿਤ ਕਰਦੇ ਹੋਏ ਲੋਕਾਂ ਦੁਆਰਾ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਤੇ ਜਾਂ ਜਿਹੜਾ ਉਹਨਾਂ ਦੇ ਜੋ ਬੀਤੀ ਇਫੈਕਟਡ ਦੀ ਇੱਕ ਕਹਾਣੀ ਹੈ ਜਾਂ ਇਤਿਹਾਸ ਹੈ, ਠੀਕ ਹੈ। ਇਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਪੋਸਟ ਕਲੋਨੀਅਲਿਜ਼ਮ ਹੈ ਜਿਹੜਾ ਉਹਨਾਂ ਦੀ ਇੱਕ ਵਿਰਾਸਤ ਇੱਕ ਦੇਸ਼ ਨੂੰ ਕੀ ਹੈ ਇਹ ਪਾਵਰਫੁਲ ਕੰਟਰੀ ਦੁਆਰਾ ਇੱਕ ਜਿਹੜਾ ਵਿਰਾਸਤ ਇੱਕ ਇਤਿਹਾਸ ਦਿੱਤਾ ਗਿਆ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਨਾਲ ਉਹਨਾਂ ਦੇ ਵੀਕ ਕੰਟਰੀਜ਼ ਤੇ ਆਪਣਾ ਕੰਟਰੋਲ ਕੀਤਾ, ਕਿਵੇਂ ਆਪਣੇ ਰੂਲਸ ਰੈਗੂਲੇਸ਼ਨ ਬਣਾਏ, ਕਿਵੇਂ ਆਪਣਾ ਪ੍ਰਸਾਰ ਕੀਤਾ ਅਤੇ ਕਿਵੇਂ ਅਲੱਗ-ਅਲੱਗ ਕਾਲੋਨੀਜ਼ ਨੂੰ ਜੋੜ ਕੇ ਇੱਕ ਆਪਣਾ ਸਾਮਰਾਜਯਵਾਦ ਸਥਾਪਿਤ ਕੀਤਾ ਅਤੇ ਆਪਣਾ ਨਿਯੰਤਰਣ ਬਣਾਉਂਦੇ ਹੋਏ ਜਿਹੜਾ ਹੈ ਰਾਜ ਕੀਤਾ, ਠੀਕ ਹੈ। ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਪੋਸਟ ਕਲੋਨੀਅਲਿਜ਼ਮ ਹੈ ਜਿਹੜਾ ਇੱਕ ਡਿਫਰੈਂਟ ਤਰ੍ਹਾਂ ਦਾ ਪਰਿਪੇਖ ਹੈ ਜਿਹੜਾ ਸਾਡੇ ਸਾਹਮਣੇ ਲਿਆਉਂਦਾ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਵੀ ਪੋਸਟ ਕਲੋਨੀਅਲਿਜ਼ਮ ਹੈ ਜਿਹੜਾ ਅੰਗਰੇਜ਼ਾਂ ਦੁਆਰਾ ਫੈਲਾਇਆ ਗਿਆ ਸਾਮਰਾਜ ਦੀ ਕਹਾਣੀ ਹੈ। ਜਿਵੇਂ ਕਿ ਤੁਸੀਂ ਪਿਕਚਰ ਵਿੱਚ ਵੇਖਦੇ ਹੋ, ਇੱਕ ਇਹ ਇੰਗਲੈਂਡ ਦਾ ਸ਼ਾਸਕ ਹੈ, ਇਸਨੇ ਹੌਲੀ-ਹੌਲੀ ਜਿਵੇਂ ਕਿ ਇਜਿਪਟ, ਇੰਡੀਆ, ਕੈਨੇਡਾ, ਠੀਕ ਹੈ, ਇਸ ਤਰ੍ਹਾਂ ਕੇ ਡਿਫਰੈਂਟ ਦੇਸ਼ਾਂ ਤੇ ਆਪਣਾ ਸਾਮਰਾਜ්य ਜਿਹੜਾ ਸਥਾਪਿਤ ਕੀਤਾ ਅਤੇ ਆਪਣੇ ਜਿਹੜੇ ਰਾਜ ਕੀਤਾ ਡਿਫਰੈਂਟ ਦੇਸ਼ਾਂ ਤੇ। ਜਦ ਡਿਫਰੈਂਟ ਦੇਸ਼ਾਂ ਤੇ ਇੰਗਲੈਂਡ ਦਾ ਰਾਜ ਹੋਇਆ ਜਾਂ ਕਿਸੇ ਵੀ ਕੰਟਰੀ ਨੇ ਦੂਜੇ ਦੇਸ਼ ਤੇ ਆਪਣਾ ਕੰਟਰੋਲ ਜਮਾਇਆ ਤਾਂ ਜਿਹੜੇ ਵੀਕ ਕੰਟਰੀ ਸੀ ਉਹ ਇਹਨਾਂ ਦੀ ਇੱਕ ਕਾਲੋਨੀਜ਼ ਦੇ ਰੂਪ ਵਿੱਚ ਜਿਹੜਾ ਕੰਮ ਕਰਨਾ ਸਟਾਰਟ ਕਰ ਦਿੱਤਾ, ਠੀਕ ਹੈ, ਜਿਸ ਅਧੀਨ ਕੀ ਹੈ ਇਹ ਸਾਰੇ ਇੱਕ ਦੂਜੇ ਦੇ ਨਾਲ ਜੁੜ ਕੇ ਇੱਕ ਸਾਮਰਾਜਵਾਦ ਬਣਾ ਦਿੱਤਾ ਗਿਆ ਜਿਸ ਦਾ ਮੁੱਖ ਕੇਂਦਰ ਬਿੰਦੂ ਜਿਹੜਾ ਇੰਗਲੈਂਡ ਸੀ, ਠੀਕ ਹੈ। ਇਸ ਪ੍ਰਕਾਰ ਜਿਹੜਾ ਇੰਗਲੈਂਡ ਨੇ ਡਿਫਰੈਂਟ ਕਾਲੋਨੀਜ਼ ਨੂੰ ਜੋੜ ਕੇ ਆਪਣੇ ਸਾਮਰਾਜਵਾਦ ਦਾ ਇਤਿਹਾਸ ਲਿਖਿਆ ਅਤੇ ਡਿਫਰੈਂਟ ਦੇਸ਼ਾਂ ਨੂੰ ਆਪਣੇ ਪ੍ਰਭਾਵ ਵਿੱਚ ਲਿਆ। ਸੋ ਸਟੂਡੈਂਟਸ, ਇਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਇੱਕ ਪਾਸੇ ਕਲੋਨੀਕਲ ਵਿਊ ਹੈ ਕਿ ਕਲੋਨੀਕਲ ਵਿਊ ਹੈ ਜਿਹੜੀ ਕਲੋਨੀਕਲ ਭਾਵ ਕਿ ਪਾਵਰਫੁਲ ਕੰਟਰੀ ਸੀ ਉਹਨਾਂ ਦਾ ਵਿਊ ਹੈ ਜਿਹੜਾ ਜਦੋਂ ਉਹਨਾਂ ਨੇ ਇੱਕ ਦੇਸ਼ ਪਾਵਰਫੁਲ ਕੰਟਰੀ ਦੇ ਰੂਪ ਵਿੱਚ ਵੀਕ ਕੰਟਰੀ ਤੇ ਸਾਮਰਾਜ ਕੀਤਾ
ਤਾਂ ਉਦੋਂ ਜਿਹੜਾ ਹੈ ਕੀ ਹੋਇਆ, ਉਹਨਾਂ ਦਾ ਓਵਰਵਿਊ ਕੀ ਸੀ। ਠੀਕ ਹੈ, ਜਦੋਂ ਪਾਵਰਫੁਲ ਕੰਟਰੀ ਨੇ ਇੱਕ ਵੀਕ ਕੰਟਰੀ ਤੇ ਆਪਣਾ ਸਾਮਰਾਜਵਾਦ ਸਥਾਪਿਤ ਕੀਤਾ ਤਾਂ ਉਹਨਾਂ ਦਾ ਜਿਹੜਾ ਵਿਊਇੰਗ ਸੀਗਾ ਰੂਲਡ ਐਸ ਆਬਜੈਕਟ, ਕਿ ਉਹ ਵੱਧ ਤੋਂ ਵੱਧ ਸਾਮਰਾਜਵਾਦ ਸਥਾਪਿਤ ਕਰਨਾ ਚਾਹੁੰਦੇ ਸੀ, ਆਪਣਾ ਪ੍ਰਸਾਰ ਕਰਨਾ ਚਾਹੁੰਦੇ ਸੀ। ਠੀਕ ਹੈ, ਇਹ ਸਾਨੂੰ ਜਾਣਕਾਰੀ ਕਿਸ ਤੋਂ ਮਿਲਦੀ ਹੈ, ਥੀਸਿਸ ਰਾਹੀਂ। ਪਰ ਐਂਟੀਥੀਸਿਸ ਰਾਹੀਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਪੋਸਟ ਕਲੋਨੀਕਲ ਜਿਹੜੇ ਵੀ ਹੈਗੀਆਂ ਸੀ ਕੰਟਰੀਜ਼, ਜਿਹੜੇ ਕਿ ਇਹਨਾਂ ਕਲੋਨੀਕਲ ਕੰਟਰੀਜ਼ ਦੇ ਜਿਹੜੇ ਅੰਡਰ ਸੀਗੀਆਂ, ਠੀਕ ਹੈ, ਉਹਨਾਂ ਦਾ ਕੀ ਆਬਜੈਕਟ ਸੀਗਾ, ਉਹਨਾਂ ਦਾ ਕੀ ਵਿਊਇੰਗ ਸੀਗਾ, ਐਜ਼ ਅ ਸੈਂਪਥਿਕ ਆਬਜੈਕਟ, ਕਿ ਉਹ ਇੱਕ ਦੂਜੇ ਨਾਲ ਸੈਂਪਥੀ ਦੇ ਰੂਪ ਵਿੱਚ ਜੁੜੀਆਂ ਹੋਈਆਂ ਸਨ ਅਤੇ ਮਿਲ ਕੇ ਜਿਹੜਾ ਇਹਨਾਂ ਦੇ ਇਸ ਕਲੋਨੀਕਲ ਪਾਵਰ ਦੇ ਵਿਰੁੱਧ ਜਿਹੜਾ ਸੰਘਰਸ਼ ਕਰ ਰਹੀਆਂ ਸਨ, ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੁਤੰਤਰਤਾ ਹੈ ਜਿਹੜੀ ਮਿਲ ਸਕੇ। ਇਸ ਤਰ੍ਹਾਂ ਕੀ ਹੈ, ਪਾਵਰਫੁਲ ਕੰਟਰੀਜ਼ ਨੇ ਹਮੇਸ਼ਾ ਤੋਂ ਕੀ ਹੈ, ਵੀਕ ਕੰਟਰੀਜ਼ ਦਾ ਸ਼ੋਸ਼ਣ ਕੀਤਾ ਹੈ ਅਤੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਹੌਲੀ ਹੌਲੀ ਕਮਜ਼ੋਰ ਕੀਤਾ ਹੈ, ਤਾਂ ਜੋ ਕਿਸੇ ਨਾ ਕਿਸੇ ਰੂਪ ਵਿੱਚ ਉਹ ਸੰਘਰਸ਼ ਉਹਨਾਂ ਦੇ ਵਿਰੁੱਧ ਨਾ ਕਰ ਸਕੇ। ਇਸ ਪ੍ਰਕਾਰ ਅਸੀਂ ਵੇਖਿਆ ਕਿ ਪੋਸਟ ਕਲੋਨੀਅਲਿਜ਼ਮ ਹੈ ਜਿਹੜਾ, ਉਸਦੀ ਭੂਮਿਕਾ ਹੈ ਜਿਹੜੀ ਆਰਥਿਕ ਸ਼ੋਸ਼ਣਤਾ ਬਾਰੇ ਵਿਸ਼ਲੇਸ਼ਣ ਕਰਨਾ, ਵਿਆਖਿਆ ਕਰਨਾ, ਬੌਧਿਕ ਬਹਿਸ ਦੁਆਰਾ ਢੰਗ ਦੀ ਵਿਆਖਿਆ ਕਰਦਾ ਹੈ ਕਿ ਉਹਨਾਂ ਦੁਆਰਾ ਕਿਵੇਂ ਆਰਥਿਕ ਸ਼ੋਸ਼ਣ ਕੀਤਾ ਗਿਆ, ਅਤੇ ਉਸ ਸੰਬੰਧੀ ਵਿਆਖਿਆ ਬੌਧਿਕ ਬਹਿਸ ਹੈ ਜਿਹੜੀ ਕਰਨ ਤੋਂ ਬਾਅਦ ਹੈ ਜਿਹੜਾ ਜਿਸ ਪ੍ਰਕਾਰ ਦੀ ਵਿਆਖਿਆ ਸਾਡੇ ਸਾਹਮਣੇ ਆਈ, ਉਹ ਪੋਸਟ ਕਲੋਨੀਅਲਿਜ਼ਮ ਥਿਊਰੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ। ਇਸ ਅਧੀਨ ਉੱਤਰ ਆਧੁਨਿਕ ਸਕੂਲਾਂ ਉੱਤਰ ਉਪਨਿਵੇਸ਼ਕ ਅਧਿਐਨ ਦੁਆਰਾ ਗਿਆਨ ਦੀ ਰਾਜਨੀਤੀ ਦਾ ਵਿਸ਼ਲੇਸ਼ਣ, ਸਮਾਜ ਰਾਜਨੀਤੀ ਸ਼ਕਤੀ ਜੋ ਕਿ ਕਲੋਨਿਸਟ ਪਲੱਸ ਨਿਓ ਕਲੋਨਲਿਸਟ ਨੂੰ ਬਣਾਈ ਰੱਖਣ ਅਤੇ ਸਮਾਜਿਕ, ਆਰਥਿਕ, ਰਾਜਨੀਤਿਕ, ਸੰਸਕ੍ਰਿਤਿਕ ਖੇਤਰ ਵਿੱਚ ਸਾਮਰਾਜਵਾਦੀ ਸ਼ਾਸਨ ਦਾ ਪ੍ਰਭਾਵ ਕਲੋਨਲਿਸਟ ਬਣਾਈ ਰੱਖਣ ਅਤੇ ਕਿਵੇਂ ਕਿਹੋ ਜਿਹੇ ਸਾਮਰਾਜ ਸ਼ਾਸਨ ਦੇ ਪ੍ਰਤੀਨਿਧਤਵ ਬਾਰੇ ਅਧਿਐਨ ਕਰਦਾ ਹੈ। ਭਾਵ ਕਿ ਜਦੋਂ ਪੋਸਟ ਕਲੋਨੀਅਲਿਜ਼ਮ ਥਿਊਰੀ ਹੈ ਜਿਹੜੀ ਪੜ੍ਹੀ ਗਈ ਤਾਂ ਉਸ ਵਿੱਚ ਕੀ ਹੈ, ਉੱਤਰ ਆਧੁਨਿਕ ਸਕੂਲਾਂ, ਠੀਕ ਹੈ, ਜੇ ਉੱਤਰ ਆਧੁਨਿਕ ਇੰਗਲਿਸ਼ ਸਕੂਲਾਂ, ਠੀਕ ਹੈ, ਤੇ ਉੱਤਰ ਉਪਨਿਵੇਸ਼ਕ ਅਧਿਐਨ ਦੁਆਰਾ ਕੀ ਹੈ, ਇੱਕ ਗਿਆਨ ਪ੍ਰਾਪਤ ਕੀਤਾ ਗਿਆ ਜਿਸ ਵਿੱਚ ਕੀ ਦੱਸਿਆ ਗਿਆ ਕਿ ਸਮਾਜ ਰਾਜਨੀਤਿਕ ਸ਼ਕਤੀ, ਕਿ ਉਹਨਾਂ ਉਸ ਟਾਈਪ ਉਹਨਾਂ ਕਲੋਨੀਜ਼ ਵਿੱਚ ਸੁਸਾਇਟੀ ਕਿਸ ਤਰ੍ਹਾਂ ਦੀ ਸੀ, ਪੋਲੀਟੀਕਲ ਸ਼ਕਤੀ ਕਿਸ ਤਰ੍ਹਾਂ ਦੀ ਯੂਜ਼ ਕੀਤੀ ਗਈ ਸੀ, ਜੋ ਕਲੋਨੀਜ਼ ਨੂੰ ਕੀ ਹੈ, ਨਿਊ ਕਲੋਨੀਜ਼ ਦੇ ਰੂਪ ਵਿੱਚ ਬਣਾਈ ਰੱਖ ਸਕੇ। ਸਮਾਜਿਕ, ਆਰਥਿਕ, ਰਾਜਨੀਤਿਕ, ਸੰਸਕ੍ਰਿਤਿਕ ਖੇਤਰ ਵਿੱਚ ਸਾਮਰਾਜਵਾਦ ਦਾ ਸ਼ੋਸ਼ਣ ਜਿਹੜਾ ਉਹਨਾਂ ਦੁਆਰਾ ਕੀਤਾ ਗਿਆ ਸੀ, ਕਲੋਨੀਆਂ ਬਣਾਈਆਂ ਗਈਆਂ ਸੀ, ਕਿਵੇਂ ਉਹਨਾਂ ਦਾ ਸਾਮਰਾਜਵਾਦ ਹੌਲੀ ਹੌਲੀ ਹੈ ਜਿਹੜੇ ਕਲੋਨੀਜ਼ ਵਧੀਆਂ ਅੰਗਰੇਜ਼ਾਂ ਦੇ ਸਾਮਰਾਜਵਾਦ ਵਿੱਚ, ਠੀਕ ਹੈ, ਦੇ ਪ੍ਰਤੀਨਿਧਤਵ ਬਾਰੇ ਅਧਿਐਨ ਕਰਾਉਂਦੀ ਹੈ। ਪੋਸਟ ਕਲੋਨੀਅਲਿਜ਼ਮ ਹੈ ਜਿਹੜਾ, ਉਸ ਵਿੱਚ ਕੀ ਹੈ, ਕਲਚਰ ਡਿਵੈਲਪਮੈਂਟ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਯੂਰਪੀ ਦੇਸ਼ਾਂ ਦਾ ਗੈਰ ਪੱਛਮੀ ਦੇਸ਼ਾਂ ਤੇ ਇੱਕ ਜੋ ਪ੍ਰਭਾਵ ਕੀਤਾ ਗਿਆ ਜਾਂ ਫਿਰ ਉਹਨਾਂ ਤੇ ਆਪਣਾ ਰਾਜ ਕੀਤਾ ਗਿਆ, ਉਸ ਬਾਰੇ ਜਿਹੜਾ ਇੱਕ ਕਹਾਣੀ ਨੂੰ ਪੇਸ਼ ਕਰਦਾ ਹੈ। ਫੋਰ ਐਗਜ਼ਾਮਪਲ, ਬ੍ਰਿਟੇਨ ਨੇ ਇੰਡੀਆ ਤੇ ਗਿਆਨ ਮੀਮਾਂਸਾ ਦੇ ਤੌਰ ਤੇ ਗਿਆਨ ਦਾ ਅਧਿਐਨ, ਭਾਵ ਕਿ ਉਹਨਾਂ ਦੇ ਸੁਭਾਅ, ਸੱਚ ਆਧਾਰਿਤ, ਨੈਤਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਨਾਗਰਿਕਾਂ ਦੇ ਮਾਮਲੇ ਵਿੱਚ ਕੀ ਹੈ, ਪੋਸਟ ਕਲੋਨੀਅਲਿਜ਼ਮ ਦੇ ਖੇਤਰ ਵਿੱਚ ਗਿਆਨ ਦੀ ਰਾਜਨੀਤੀ ਨੂੰ ਦਰਸਾਉਂਦੇ ਹਨ। ਗੈਰ ਉਪਨਿਵੇਸ਼ਕ ਜਿਹੜੇ ਕਿ ਉਸ ਅਧੀਨ ਜਿਹੜੇ ਕਲੋਨੀਜ਼ ਵਿੱਚ ਨਹੀਂ ਰਹਿ ਰਹੇ ਸਨ ਦੁਆਰਾ ਸੰਸਕ੍ਰਿਤਿਕ ਸਹਿਭਾਗਤਾ ਦੇ ਕਾਰਨ ਉਪਨਿਵੇਸ਼ਕ ਪਹਿਚਾਣ ਵਿਕਸਿਤ ਹੋਈ, ਜਿਸ ਦੇ ਆਧਾਰ ਤੇ ਕੀ ਹੈ, ਸੰਸਕ੍ਰਿਤਿਕ, ਰਾਸ਼ਟਰੀ, ਜਾਤੀ, ਸਮਾਜਿਕ ਸੰਬੰਧਾਂ, ਵਰਗ, ਜਾਤੀਆਂ, ਲਿੰਗ ਆਧਾਰਿਤ ਉਪਨਿਵੇਸ਼ਕ ਵਿਅਕਤੀਆਂ ਦਾ ਵੰਸ਼ ਨਿਰਧਾਰਿਤ ਹੋਇਆ। ਭਾਵ ਕਿ ਜਿਹੜੇ ਕਿ ਪਾਵਰਫੁਲ ਕੰਟਰੀਆਂ ਸੀ, ਉਹਨਾਂ ਦੇ ਆਧਾਰ ਤੇ ਕੀ ਹੈ, ਜਦੋਂ ਉਹ ਕਲੋਨੀਜ਼ ਦੇ ਰੂਪ ਵਿੱਚ ਵੀਕ ਕੰਟਰੀਜ਼ ਉਹਨਾਂ ਦੇ ਅੰਡਰ ਰਹਿ ਰਹੀਆਂ ਸਨ, ਤਾਂ ਉਹਨਾਂ ਨੇ ਜਿਹੜੀ ਸੰਸਕ੍ਰਿਤਿਕ ਸਹਿਭਾਗਤਾ, ਕਿ ਕਲਚਰ ਵਿੱਚ ਕਿੰਨਾ ਕੁ ਇੰਟਰਸਟ ਲਿੱਤਾ, ਪੱਛਮੀ ਸੱਭਿਅਤਾ ਆ ਗਈ ਸਾਡੇ ਦੇਸ਼ ਵਿੱਚ, ਠੀਕ ਹੈ, ਸੰਸਕ੍ਰਿਤੀ ਆ ਗਈ, ਫਿਰ ਰਾਸ਼ਟਰ
ਅਸੀਂ ਜਿਹੜਾ ਡਿਫਰੈਂਟ ਰਾਸ਼ਟਰਾਂ ਨੂੰ ਜ਼ਿਆਦਾ ਆਪਣੇ ਰਾਸ਼ਟਰ ਨਾਲ ਜ਼ਿਆਦਾ ਉਹਨਾਂ ਦੇ ਰਾਸ਼ਟਰ ਨੂੰ ਇੰਪੋਰਟੈਂਸ ਦਿੰਦੇ ਹਨ। ਕਾਸਟ ਡਿਫਰੈਂਟ ਜਿਹੜਾ ਹੈ ਵੈਸਟਰਨ ਕਲਚਰ ਕਾਸਟ ਹੈ ਸਾਡੇ ਇੰਡੀਅਨ ਕਲਚਰ ਵਿੱਚ ਆ ਗਈਆਂ। ਸਮਾਜਿਕ ਸੰਬੰਧ ਸਾਡੇ ਸਮਾਜ ਵਿੱਚ ਜਿੰਨੀਆਂ ਵੀ ਕੰਮ ਹੈ ਜਿਹੜੇ ਜਾਂ ਰਿਲੇਸ਼ਨ ਹੈ ਜਿਹੜੇ ਇੰਨੇ ਡਿਵੈਲਪ ਹੋ ਚੁੱਕੇ ਹਨ ਕਿ ਅਸੀਂ ਪੱਛਮੀ ਸੱਭਿਅਤਾ ਨੂੰ ਅਪਣਾ ਚੁੱਕੇ ਹਨ। ਵਰਗ ਜਾਤੀ ਲਿੰਗ ਜੈਂਡਰ ਜਿਹੜਾ ਉਹ ਅਸੀਂ ਜਾਂ ਵਿਆਹ ਸ਼ਾਦੀ ਹੈ ਜਿਹੜਾ ਉਹ ਅਸੀਂ ਵੈਸਟਰਨ ਕਲਚਰ ਅਕੋਰਡਿੰਗ ਜ਼ਿਆਦਾ ਪਸੰਦ ਕਰਦੇ ਹਨ। ਆਧਾਰਿਤ ਉਪਨਿਵੇਸ਼ਵਾਦੀ ਵਿਅਕਤੀ ਦਾ ਵੰਸ਼ ਨਿਰਧਾਰਿਤ ਕੀਤਾ ਕਿ ਜਦੋਂ ਕਾਲੋਨੀਜ਼ ਦੁਆਰਾ ਇਹ ਸਭ ਕੁਝ ਬਦਲਿਆ ਤਾਂ ਇਹਨਾਂ ਕਾਲੋਨੀਜ਼ ਨੇ ਕੀ ਹੈ ਸਾਡੇ ਜੀਵਨ ਨੂੰ ਇੰਨਾ ਇਫੈਕਟ ਕੀਤਾ ਕਿ ਇਹਨਾਂ ਨੇ ਇਹ ਸਾਰਾ ਕੁਝ ਹੈ ਜਿਹੜਾ ਆਪਣੇ ਅਕੋਰਡਿੰਗ ਨਿਰਧਾਰਿਤ ਕਰ ਦਿੱਤਾ। ਪੋਸਟ ਕੋਲੋਨਲਿਜ਼ਮ ਥਿਊਰੀ। ਨਾਓ ਹੁਣ ਸਾਡੀ ਪੋਸਟ ਕੋਲੋਨਲਿਜ਼ਮ ਥਿਊਰੀ ਹੈ ਜਿਹੜੀ ਸਟਾਰਟ ਹੁੰਦੀ ਹੈ। ਇਸ ਦੇ ਜਿਹੜੇ ਰਾਈਟਰ ਨੇ ਉਹ ਨੇ ਐਡਵਰਡ ਸੈਡ। ਠੀਕ ਹੈ, ਐਡਵਰਡ ਸੈਡ ਕਹਿੰਦੇ ਹਨ ਕਿ ਇਹ ਥਿਊਰੀ ਹੈ ਜਿਹੜੀ ਦੇ ਅਕੋਰਡਿੰਗ ਸਾਡੀ ਧਰਤੀ ਹੈ ਉਹ ਦੋ ਹਿੱਸਿਆਂ ਵਿੱਚ ਡਿਵਾਈਡ ਹੈ। ਠੀਕ ਹੈ, ਐਡਵਰਡ ਸੈਡ ਕਹਿੰਦੇ ਹਨ ਪੋਸਟ ਕੋਲੋਨਲਿਜ਼ਮ ਥਿਊਰੀ ਦੇ ਅਕੋਰਡਿੰਗ ਕਿ ਇਹ ਸਾਡੀ ਅਰਥ ਹੈ। ਠੀਕ ਹੈ, ਇਸ ਵਿੱਚ ਕੀ ਹੈ ਦੋ ਹਿੱਸਿਆਂ ਵਿੱਚ ਸਾਡੀ ਅਰਥ ਡਿਵਾਈਡ ਹੈ। ਫਰਸਟ ਜਿਸ ਵਿੱਚ ਕੀ ਹੈ ਜਿਸ ਨੂੰ ਓਰੀਐਂਟ ਕਹਿੰਦੇ ਹਨ ਦੈਨ ਆਕਸੀਡੈਂਟ ਕਹਿੰਦੇ ਹਨ। ਠੀਕ ਹੈ, ਓਰੀਐਂਟ ਉਹ ਹਿੱਸਾ ਹੈ ਜਿਸ ਰਾਹੀਂ ਸੂਰਜ ਨਿਕਲਦਾ ਹੈ ਅਤੇ ਜੋ ਆਕਸੀਡੈਂਟ ਉਹ ਹੈ ਜਿਸ ਵਿੱਚ ਸੂਰਜ ਛੁਪਦਾ ਹੈ। ਠੀਕ ਹੈ, ਪੂਰਬੀ ਦੇਸ਼ ਐਂਡ ਪੱਛਮੀ ਦੇਸ਼ ਇਸ ਤਰ੍ਹਾਂ ਵੀ ਯਾਦ ਰੱਖ ਸਕਦੇ ਹੋ ਓਰੀਐਂਟ ਐਂਡ ਆਕਸੀਡੈਂਟ। ਠੀਕ ਹੈ, ਨਾਓ ਹੁਣ ਅਸੀਂ ਰੂਟਸ ਆਫ ਕੋਲੋਨਲਿਜ਼ਮ ਐਂਡ ਪੋਸਟ ਕੋਲੋਨਲਿਜ਼ਮ ਦੇ ਬਾਰੇ ਜਾਣਦੇ ਹਾਂ। ਇਸ ਦੀ ਜੜ੍ਹਾਂ ਜਿਹੜੀਆਂ ਕੋਲੋਨਲਿਜ਼ਮ ਤੇ ਪੋਸਟ ਕੋਲੋਨਲਿਜ਼ਮ ਦੀਆਂ ਕਿੱਥੋਂ ਸ਼ੁਰੂ ਹੋਈਆਂ ਆਓ ਹੁਣ ਉਸ ਬਾਰੇ ਪੜ੍ਹਦੇ ਹਾਂ। ਜਿਸ ਵਿੱਚ ਫਸਟ ਪੁਆਇੰਟ ਹੈ ਨੋ ਡਿਫਰੈਂਸ ਬਿਟਵੀਨ ਕੋਲੋਨਲਿਜ਼ਮ ਐਂਡ ਪੋਸਟ ਕੋਲੋਨਲਿਜ਼ਮ। ਭਾਵ ਕਿ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਡਿਫਰੈਂਸ ਹੈ ਜਿਹੜਾ ਉਹ ਨਹੀਂ ਪਾਇਆ ਜਾਂਦਾ। ਇਟਸ ਰੂਟਸ ਵਰ ਦਾ Columbus arrives from the Newfoundland and with the Vasco da Gama। ਇਸ ਦੀ ਸ਼ੁਰੂਆਤ ਜਿਹੜੀ ਉਹ ਕਦੋਂ ਹੋਈ ਜਦੋਂ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ। ਠੀਕ ਹੈ, ਅਰਾਈਵਸ ਫਰੋਮ ਦਾ ਨਿਊਫਾਊਂਡਲੈਂਡ ਕਿ ਇੱਕ ਨਵੇਂ ਲੈਂਡ ਦੀ ਖੋਜ ਕੀਤੀ ਵਿਦ ਦਾ ਵਾਸਕੋ ਡੀ ਗਾਮਾ ਦੇ ਨਾਲ। Colonialism and the post-colonialism is a comprehensive yet accessible guide to the historical and theoretical dimension of colonial and post-colonial studies। ਕਿ post colonialism ਤੇ colonialism ਹੈ ਜਿਹੜਾ ਇਹ ਇੱਕ comprehensive accessibility guide ਸੀ ਜਿਸ ਵਿੱਚ ਕੀ ਹੈ ਸਾਨੂੰ historical and theoretical dimensions ਹੈ ਜਿਹੜੇ ਉਹ post colonialism ਤੇ colonialism studies ਦੇ ਬਾਰੇ ਦੱਸਦਾ ਹੈ। ਇਸ ਪ੍ਰਕਾਰ ਐਡਵਰਡ ਸੈਡ ਦੀ ਥਿਊਰੀ ਦੇ ਅਕੋਰਡਿੰਗ ਕੀ ਆ ਕਿ ਧਰਤੀ ਹੈ ਜਿਹੜੀ ਜਾਂ ਅਰਥ ਹੈ ਜਿਹੜਾ ਉਹ ਟੂ ਪਾਰਟਸ ਤੇ ਡਿਵਾਈਡ ਹੈ। ਚੜ੍ਹਦੇ ਪਾਸੇ ਨੂੰ ਓਰੀਐਂਟ ਕਹਿੰਦੇ ਹਨ ਅਤੇ ਜਿਹੜਾ ਸੂਰਜ ਛੁਪਦਾ ਹੈ ਉਸ ਪਾਸੇ ਨੂੰ ਆਕਸੀਡੈਂਟ ਕਹਿੰਦੇ ਹਨ। ਇਹ ਹੈਗੇ ਪੂਰਬੀ ਦੇਸ਼ ਯਾਨੀ ਕਿ ਸਾਡੇ ਇੰਡੀਆ ਵਾਲੀ ਸਾਈਡ ਤੇ ਇਹ ਵੈਸਟਰਨ ਕੰਟਰੀਜ਼ ਹੋ ਗਈ। ਓਕੇ, ਤੋ ਉਹਨਾਂ ਨੇ ਕਿਹਾ ਕਿ ਜਦੋਂ ਇਹ ਸੂਰਜ ਜਿਸ ਪਾਸੇ ਚੜ੍ਹਦਾ ਹੈ ਉਸ ਪਾਸੇ ਕੀ ਹੈ ਜਿੰਨੀਆਂ ਵੀ ਕੰਟਰੀਜ਼ ਨੇ ਓਰੀਐਂਟ ਪਾਸੇ ਜਿੰਨੀਆਂ ਵੀ ਕੰਟਰੀਜ਼ ਨੇ ਉਹ ਕੀ ਨੇ ਉਹ ਵੀ ਕੰਟਰੀਜ਼ ਨੇ ਜਾਂ ਪਾਵਰਫੁਲ ਨਹੀਂ ਨੇ ਗਰੀਬ ਨੇ। ਠੀਕ ਹੈ, ਇਸ ਤਰ੍ਹਾਂ ਕਈ ਪੱਖਾਂ ਤੋਂ ਕੀ ਹੈ ਉਹ ਵੈਸਟਰਨ ਕੰਟਰੀਜ਼ ਨਾਲੋਂ ਘੱਟ ਨੇ। ਠੀਕ ਹੈ, ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਿਹੜੀ ਓਰੀਐਂਟ ਕੰਟਰੀਆਂ ਸੀ ਉਹ ਆਕਸੀਡੈਂਟ ਕੰਟਰੀਆਂ ਨਾਲੋਂ ਕੀ ਆ ਵੀਕ ਸੀ ਅਤੇ ਆਕਸੀਡੈਂਟ ਕੰਟਰੀਆਂ ਜਿਹੜੀਆਂ ਜ਼ਿਆਦਾ ਸੁਪੀਰੀਅਰ ਜ਼ਿਆਦਾ ਵਧੀਆ ਸੀ ਹੈ ਤੇ ਜਿਹੜੀ ਓਰੀਐਂਟ ਕੰਟਰੀ ਸੀ ਉਹ ਜ਼ਿਆਦਾ ਬੈਕਵਰਡ ਸੀ। ਓਕੇ, ਯੂਰਪ ਵਰਗੇ ਦੇਸ਼ ਸਾਡੇ ਕੋਲ ਬਹੁਤ ਅੱਗੇ ਚੱਲਦੇ ਸਨ ਯਾਨੀ ਕਿ ਜਿਹੜੀਆਂ ਵੈਸਟਰਨ ਕੰਟਰੀ ਸੀ ਉਹ ਸਾਡੇ ਨਾਲੋਂ ਕਈ ਅੱਗੇ ਸਨ। ਠੀਕ ਹੈ, ਆਕਸੀਡੈਂਟ ਹੈ ਜਿਹੜੀ ਬੈਕਵਰਡ ਸੀ ਤੇ ਸੁਪੀਰੀਅਰ ਹੈ ਜਿਹੜਾ
ਉਹ ਵੈਸਟਰਨ ਕੰਟਰੀਜ਼ ਵਿੱਚ ਸੀ। ਠੀਕ ਹੈ। ਫੋਰਥ ਪੁਆਇੰਟ ਹੈ ਕਲਚਰ, ਇਕਨੋਮਿਕਲ, ਸੋਸ਼ਲ ਹਰ ਪੱਖੋਂ ਜਿਹੜਾ ਵੈਸਟਰਨ ਕੰਟਰੀਜ਼ ਹੈ ਜਿਹੜੀਆਂ ਉਹ ਪੂਰਬੀ ਕੰਟਰੀਆਂ ਨਾਲੋਂ ਜ਼ਿਆਦਾ ਵਧੀਆ ਸੀ। ਇਸ ਪ੍ਰਕਾਰ ਉਪਰੋਕਤ ਵੇਰਵੇ ਤੋਂ ਦੋਨੋਂ ਏਰੀਆ ਨੂੰ ਡਿਫਾਈਨ ਕਰਦੇ ਹੋਏ ਓਰੀਐਂਟੇਸ਼ਨਲਿਜ਼ਮ ਕਹਿੰਦੇ ਹਨ। ਠੀਕ ਹੈ। ਆਕਸੀਡੈਂਟ ਓਰੀਐਂਟ ਦੀ ਆਈਡੀਓਲੋਜੀ ਨੂੰ ਸੈਟ ਜਾਂ ਡਿਵੈਲਪ ਕਰਦੇ, ਭਾਵ ਕਿ ਉਹਨਾਂ ਨੇ ਸਾਡੇ ਦੇਸ਼ ਇੰਨੇ ਸਾਲ ਤੱਕ ਰਾਜ ਕੀਤਾ ਤਾਂ ਕੀ ਆ ਜਿਹੜੀ ਆਕਸੀਡੈਂਟ ਕੰਟਰੀਆਂ ਸੀ, ਪੱਛਮੀ ਦੇਸ਼ਾਂ ਦੀਆਂ ਕੰਟਰੀਆਂ ਸੀ, ਉਹਨਾਂ ਨੇ ਕੀ ਹੈ ਓਰੀਐਂਟ ਦੇਸ਼ ਦੀ ਆਈਡੀਓਲੋਜੀ ਨੂੰ ਪ੍ਰਭਾਵਿਤ ਕੀਤਾ ਤੇ ਉਹਨਾਂ ਦੀ ਜਿੰਨਾ ਵੀ ਕਲਚਰ ਹੈ ਜਾਂ ਉਹਨਾਂ ਦੀ ਵਿਚਾਰਧਾਰਾ ਹੈ ਜਿਹੜੀ ਉਸ ਨੂੰ ਆਪਣੇ ਅਕੋਰਡਿੰਗ ਸੈੱਟ ਕੀਤਾ ਜਾਂ ਡਿਵੈਲਪ ਹੋਣ ਦਿੱਤਾ। ਇਸ ਪ੍ਰਕਾਰ ਓਰੀਐਂਟਲਿਜ਼ਮ ਵਿੱਚ ਅਸੀਂ ਇਹ ਅਧਿਐਨ ਕਰਦੇ ਹਾਂ ਕਿ ਕਲੋਨੀਅਲਿਜ਼ਮ ਤਾਂ ਚਲਾ ਗਿਆ ਪਰੰਤੂ ਕੀ ਹੈ ਐਕਸਪਲੋਇਟੇਸ਼ਨ ਅਤੇ ਬੈਕਵਰਡ ਹੈ ਜਿਹੜਾ ਉਹ ਛੱਡ ਗਿਆ, ਭਾਵ ਕਿ ਉਹਨਾਂ ਤੇ ਜੋ ਵੀ ਸ਼ੋਸ਼ਣ ਕੀਤਾ ਗਿਆ ਤੇ ਜੋ ਵੀ ਬੈਕਵਰਡਨੈਸ ਉਹਨਾਂ ਵਿੱਚ ਲਿਆਂਦੀ ਗਈ ਉਸ ਅਕੋਰਡਿੰਗ ਕੀ ਹੈ ਉਹਨਾਂ ਨੇ ਜਿਹੜਾ ਹੈ ਓਰੀਐਂਟਲਿਜ਼ਮ ਹੈ ਜਿਹੜਾ ਹਨਾ ਸੌਰੀ ਆਕਸੀਡੈਂਟਲਿਜ਼ਮ ਹੈ ਜਿਹੜਾ ਆਕਸੀਡੈਂਟ ਪੱਛਮੀ ਕੰਟਰੀਆਂ ਸੀ। ਠੀਕ ਹੈ। ਉਹਨਾਂ ਦੀ ਜਿਹੜੀ ਕਲਚਰ ਸੀ ਹੈ, ਉਹਨਾਂ ਦੀ ਜੋ ਲੈਂਗੁਏਜ ਸੀ, ਰੇਸ ਸੀ, ਉਸ ਸਾਰੀ ਚੀਜ਼ਾਂ ਨੂੰ ਅਪਣਾ ਲਿਆ। ਇਸ ਸੰਬੰਧੀ ਕਈ ਫੇਮਸ ਬੁੱਕਸ ਵੀ ਹਨ, ਓਰੀਐਂਟਲਿਜ਼ਮ, ਕਲਚਰ, ਇੰਪੀਰੀਅਲਿਜ਼ਮ। ਠੀਕ ਹੈ। ਇਸ ਪ੍ਰਕਾਰ ਆਓ ਸਭ ਤੋਂ ਪਹਿਲਾਂ ਅਸੀਂ ਕਲੋਨੀਅਲਿਜ਼ਮ ਬਾਰੇ ਜਾਣਦੇ ਹਾਂ। ਕਲੋਨੀਅਲਿਜ਼ਮ ਕੀ ਹੁੰਦਾ ਹੈ? ਕਲੋਨੀਅਲਿਜ਼ਮ ਹੈ ਜਿਹੜੀ ਉਹ ਅਵਸਥਾ ਹੈ ਜਿਸ ਵਿੱਚ ਇੱਕ ਪਾਵਰਫੁਲ ਕੰਟਰੀ ਹੈ ਜਿਹੜੀ ਉਹ ਐਕਸਪਲੋਇਟੇਸ਼ਨ ਕਿਸਦਾ ਕਰਦੀ ਹੈ ਇੱਕ ਵੀਕ ਕੰਟਰੀ ਦਾ। ਓਕੇ, ਤੇ ਕੀ ਹੈ ਕਲੋਨੀਅਲਿਜ਼ਮ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਕੀ ਹੈ ਇੱਕ ਪਾਵਰਫੁਲ ਕੰਟਰੀ ਐਕਸਪਲੋਇਟੇਸ਼ਨ ਕਰਦੀ ਹੈ ਵੀਕ ਕੰਟਰੀ ਦਾ। ਠੀਕ ਹੈ। ਪਾਵਰਫੁਲ ਕੰਟਰੀ ਐਗਜ਼ਾਮਪਲ ਹੈ ਬ੍ਰਿਟੇਨ। ਠੀਕ ਹੈ। ਐਂਡ ਦੈਨ ਇਹ ਹੈਗਾ ਇੰਡੀਆ। ਵੀਕ ਕੰਟਰੀ ਇੰਡੀਆ ਹੈ। ਬ੍ਰਿਟੇਨ ਦੇ ਅੰਡਰ ਸਾਡਾ ਇੰਡੀਆ ਜਿਹੜਾ 100 ਸਾਲ ਤੱਕ ਗੁਲਾਮ ਰਿਹਾ। ਸੋ ਬ੍ਰਿਟੇਨ, ਫਰਾਂਸ ਆਦਿ ਯੂਰਪੀ ਦੇਸ਼ਾਂ ਦੇ ਅਧੀਨ ਹੈ ਜਿਹੜਾ ਅਨੇਕਾਂ ਕੰਟਰੀਜ਼ ਹੈ ਜਿਹੜੀਆਂ ਇਹਨਾਂ ਦੇ ਅੰਡਰ ਇੱਕ ਕੋਲੋਨੀਜ਼ ਦੇ ਰੂਪ ਵਿੱਚ ਜਿਹੜੀਆਂ ਗੁਲਾਮ ਦੇਸ਼ ਵਾਂਗ ਰਹੀਆਂ ਹਨ। ਇਸ ਪ੍ਰਕਾਰ ਅਸੀਂ ਵੇਖਿਆ ਕਿ ਜਿਹੜੇ ਵੀਕ ਕੰਟਰੀ ਸੀ ਉਹਨਾਂ ਨੇ ਪਾਵਰਫੁਲ ਕੰਟਰੀਆਂ ਤੋਂ ਬਹੁਤ ਕੁਝ ਅਡੋਪਟ ਕੀਤਾ, ਚਾਹੇ ਉਹਨਾਂ ਦੀ ਐਜੂਕੇਸ਼ਨ ਸੀ, ਚਾਹੇ ਉਹਨਾਂ ਦੀ ਲੈਂਗੁਏਜ ਸੀ, ਚਾਹੇ ਉਹਨਾਂ ਦੇ ਕਲਚਰ ਸੀ, ਚਾਹੇ ਉਹਨਾਂ ਦੀ ਡਰੈਸਿੰਗ ਸੈਂਸ ਸੀ, ਚਾਹੇ ਰੇਸ ਸੀ, ਚਾਹੇ ਰਿਲੀਜਨ ਸੀ, ਕੁਛ ਵੀ ਸੀ। ਤਾਂ ਉਹਨਾਂ ਨੇ ਕੀ ਹੈ ਇਸ ਥਿਊਰੀ ਦੇ ਅਕੋਰਡਿੰਗ ਅਸੀਂ ਪੜ੍ਹਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਇਸ ਚੀਜ਼ ਨੂੰ ਅਡੋਪਟ ਕੀਤਾ। ਪਹਿਲਾਂ ਉਹਨਾਂ ਨੂੰ ਜ਼ਬਰਦਸਤੀ ਇਹ ਮਨਵਾਇਆ ਜਾਂਦਾ ਸੀ, ਅੱਜ ਅਸੀਂ ਜ਼ਬਰਦਸਤੀ ਕਿ ਆਪਣੇ ਆਪ ਉਸ ਨੂੰ ਸਵੀਕਾਰ ਆਪਣੇ ਕਲਚਰ ਵਿੱਚ ਜਾਂ ਆਪਣੇ ਜੋ ਵੀ ਰਿਲੀਜਨ ਹੈ, ਨਸਲ ਹੈ, ਐਜੂਕੇਸ਼ਨ ਹੈ, ਉਸ ਵਿੱਚ ਕੀ ਆਪਣੇ ਆਪ ਉਸ ਚੀਜ਼ ਨੂੰ ਸਵੀਕਾਰ ਕਰ ਲਿਆ। ਫੋਰ ਐਗਜ਼ਾਮਪਲ ਫੋਰਨ ਲੈਂਗੁਏਜ ਇੰਗਲਿਸ਼ ਸੀ ਜਿਸ ਅਧੀਨ ਕੀ ਹੈ ਬ੍ਰਿਟੇਨ ਨੇ ਕੀ ਹੈ ਆਪਣਾ ਇਸ ਇੰਗਲਿਸ਼ ਦਾ ਪ੍ਰਭਾਵ ਹੈ ਜਿਹੜਾ ਉਹ ਸਾਡੇ ਤੇ ਛੱਡਿਆ। ਠੀਕ ਹੈ। ਲਾਰਡ ਮੈਕਾਲੇ ਦੁਆਰਾ ਜਦੋਂ ਇਹ ਇੰਗਲਿਸ਼ ਐਜੂਕੇਸ਼ਨ ਲਿਆਂਦੀ ਗਈ ਤਾਂ ਕੀ ਹੈ ਉਹ ਅੱਜ ਵਰਤਮਾਨ ਸਾਡੇ ਜੀਵਨ ਦਾ ਇੱਕ ਇੰਪੋਰਟੈਂਟ ਅੰਗ ਬਣ ਚੁੱਕੀ ਹੈ। ਇੱਕ ਇੰਟਰਨੈਸ਼ਨਲ ਲੈਂਗੁਏਜ ਦੇ ਰੂਪ ਵਿੱਚ ਚਾਹੇ ਇੰਡੀਆ ਹੈ, ਚਾਹੇ ਅਦਰ ਸਟੇਟਸ ਨੇ, ਚਾਹੇ ਕਿਸੇ ਵੀ ਹੈ, ਤਾਂ ਇੱਕ ਇੰਟਰਨੈਸ਼ਨਲ ਲੈਂਗੁਏਜ ਦੇ ਰੂਪ ਵਿੱਚ ਇੰਗਲਿਸ਼ ਨੂੰ ਇੱਕ ਇੰਪੋਰਟੈਂਸ ਮਿਲੀ ਹੋਈ ਹੈ। ਠੀਕ ਹੈ। ਸੋ ਇਸ ਪ੍ਰਕਾਰ ਕੀ ਹੈ ਪੋਸਟ ਕਲੋਨੀਅਲਿਜ਼ਮ ਥਿਊਰੀ ਹੈ ਜਿਹੜੀ ਉਹ ਵੀ ਜੇ ਉਸ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਜਾਂ ਇਸ ਪ੍ਰਕਾਰ ਦਾ ਲਿਟਰੇਚਰ ਦਾ ਪਾਰਟ ਹੈ ਜੋ ਅਜਿਹੇ ਦੇਸ਼ਾਂ ਵੱਲੋਂ ਲਿਖਿਆ ਜਾਂਦਾ ਹੈ ਜੋ ਕਿ ਖੁਦ ਕਿਸੇ ਦੇਸ਼ ਦੇ ਗੁਲਾਮ ਰਹੇ ਹੋਣ ਜਾਂ ਕਿਸੇ ਦੇਸ਼ ਦਾ ਪਾਰਟ ਬਣ ਕੇ ਰਹੇ ਹੋਣ, ਕਲੋਨੀਜ਼ ਬਣ ਕੇ ਰਹੀਆਂ ਹੋਣ। ਠੀਕ ਹੈ। ਤਾਂ ਇਸ ਪ੍ਰਕਾਰ ਕੀ ਹੈ ਅਸੀਂ ਦੇਖਦੇ ਹਾਂ ਕਿ ਪੋਸਟ ਕਲੋਨੀਅਲਿਜ਼ਮ ਇੱਕ ਥਿਊਰੀ ਹੈ ਜਿਸ ਵਿੱਚ ਸਾਨੂੰ ਡਿਫਰੈਂਟ ਜਿਹੜੀਆਂ ਕਲੋਨੀਜ਼ ਦੇਸ਼ ਰਹੀਆਂ ਸੀ ਉਹਨਾਂ ਦੇ ਲਿਟਰੇਚਰ ਬਾਰੇ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਸੋ ਜਦੋਂ ਇੱਕ ਕਨਸੈਪਟ ਬਾਰੇ ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਪੋਸਟ ਕਲੋਨੀਅਲਿਜ਼ਮ ਇਜ਼ ਦਾ ਬਲੈਕ ਸਕਿਨ ਵਾਈਟ ਮਾਰਕਸ, ਭਾਵ ਕਿ ਇਸ ਦਾ ਅਰਥ ਇਹ ਹੈ ਕਿ ਜਿਹੜੇ ਡਿਫਰੈਂਟ ਕੰਟਰੀ ਦੇ ਦੇਸ਼ ਸਨ ਜਿਹੜੇ ਕਿਸੇ ਪਾਵਰਫੁਲ ਕੰਟਰੀ ਦੇ ਅੰਡਰ ਰਹਿ ਰਹੇ ਸਨ ਉਹਨਾਂ ਨੂੰ ਬਲੈਕ ਸਕਿਨ ਰਾਹੀਂ ਜਿਹੜਾ ਸ਼ੋ ਕੀਤਾ ਗਿਆ ਹੈ। ਇੱਕ ਬੁੱਕ ਸੀ
the black skin white marks। ठीक है, किसी पोस्ट कॉलोनियलिज्म ਜਿਹੜੇ ਤੇ ਕੰਟਰੀ ਸੀ ਉਸ ਵਿੱਚ ਕਿਸੇ ਰਾਈਟਰ ਦੁਆਰਾ ਲਿਖੀ ਗਈ ਸੀ, ਜਿਸ ਦਿਨ ਇਹ ਦੱਸਿਆ ਗਿਆ ਕਿ ਜਿਹੜੀ ਗਰੀਬ ਕੰਟਰੀਆਂ ਸੀ ਉਹਨਾਂ ਨੂੰ ਕੀ ਹੈ ਬਲੈਕ ਸਕਿਨ ਰਾਹੀਂ ਸ਼ੋ ਕੀਤਾ ਗਿਆ ਹੈ ਤੇ ਉਹਨਾਂ ਨੂੰ ਜਿਹੜਾ ਅੱਜ ਉਹਨਾਂ ਦਾ ਕੀ ਹੈ ਅਸੀਂ ਇੱਕ ਵਾਈਟ ਮਾਸਕ ਲੈ ਕੇ ਘੁੰਮ ਰਹੇ ਹਾਂ ਜਿਹੜੀਆਂ ਪਾਵਰਫੁਲ ਕੰਟਰੀਆਂ ਸੀ, ਉਹਨਾਂ ਤੋਂ ਅਸੀਂ ਜੋ ਵੀ ਅਡੋਪਟ ਕੀਤਾ ਉਸਨੂੰ ਇੱਕ ਵਾਈਟ ਮਾਸਕ ਰਾਹੀਂ ਜਿਹੜਾ ਅਸੀਂ ਆਪਣੇ ਕਲਚਰ ਵਿੱਚ ਅਡੋਪਟ ਕਰ ਲਿਆ। ਠੀਕ ਹੈ, ਹਰੇਕ ਇਨਸਾਨ ਹੈ ਜਿਹੜਾ ਫੋਰਨ ਲੈਂਗੁਏਜ, ਫੋਰਨ ਕਲਚਰ, ਫੋਰਨ ਸਟੇਟ ਵਿੱਚ ਜਾਣਾ ਪਸੰਦ ਕਰਦਾ ਹੈ, ਪਰੰਤੂ ਕੀ ਹੈ ਜਦੋਂ ਪੋਸਟ ਕਲੋਨੀਅਲਿਜ਼ਮ ਥਿਊਰੀ ਦੇ ਅਕੋਰਡਿੰਗ ਇਹ ਦੇਖਿਆ ਗਿਆ ਕਿ ਬਲੈਕ ਸਕਿਨ ਵਾਈਟ ਮਾਸਕ ਰਾਹੀਂ ਕੀ ਹੈ ਹਰੇਕ ਇਨਸਾਨ ਨੂੰ ਇੱਕ ਮੁਖੌਟਾ ਹੈ ਜਿਹੜਾ ਵਾਈਟ ਮਾਸਕ ਦੇ ਰੂਪ ਵਿੱਚ ਪਹਿਨਾ ਦਿੱਤਾ ਗਿਆ। ਠੀਕ ਹੈ, ਜਿਸ ਅਕੋਰਡਿੰਗ ਕੀ ਹੈ ਉਹਨਾਂ ਨੇ ਉਹ ਆਪਣੇ ਆਪ ਵਿੱਚ ਵੇਖਣ ਲੱਗ ਗਏ ਕਿ ਜਿਹੜੀ ਸਾਡੀ ਕੰਟਰੀ ਹੈ ਜਿਹੜੀ ਉਹ ਇਨਫੀਰੀਅਰ ਹੈ ਤੇ ਜਿਹੜੀ ਅਦਰ ਕੰਟਰੀ ਪਾਵਰਫੁਲ ਕੰਟਰੀਜ਼ ਨੇ ਉਹ ਸੁਪੀਰੀਅਰ ਆ। ਠੀਕ ਹੈ, ਉਸ ਅਕੋਰਡਿੰਗ ਕੀ ਹੈ ਉਹ ਗੋਰੇ ਤੇ ਕਾਲੇ ਵਿੱਚ ਭੇਦ ਕਰਨ ਲੱਗੇ ਵੀ ਗੋਰੇ ਲੋਕ ਬਹੁਤ ਵਧੀਆ ਹੁੰਦੇ ਆ, ਉਹਨਾਂ ਦਾ ਲਾਈਫ ਸਟਾਈਲ ਬਹੁਤ ਵਧੀਆ ਹੁੰਦਾ ਹੈ। ਠੀਕ ਹੈ, ਉਸ ਅਕੋਰਡਿੰਗ ਕਿਹਾ ਗਿਆ ਕਿ ਨੋ ਰੇਸਿਜ਼ਮ, ਕਿ ਨਸਲਵਾਦ ਹੈ ਜਿਹੜਾ ਨਾ ਕੀਤਾ ਜਾਵੇ, ਵੀ ਆਰ ਦਾ ਸੇਮ। ਓਕੇ, तो इस प्रकार की है हरेक इंसान है ਜਿਹੜਾ ਨੈਕਸਟ ਅਸੀਂ ਵੇਖਦੇ ਹਾਂ ਕਿ ਹਰੇਕ ਇਨਸਾਨ ਦੇ ਉੱਪਰ ਇੱਕ ਬਲੈਕ ਸਕਿਨ ਵਾਈਟ ਮਾਰਕਸ ਹੈ ਜਿਹੜਾ ਪਹਿਨਾਇਆ ਗਿਆ। ਕਿਉਂ? ਕਿਉਂਕਿ ਇਸ ਨਾਲ ਕੀ ਹੈ ਅਸੀਂ ਡਿਫਰੈਂਟ ਕਲਚਰ ਨੂੰ ਆਪਣੇ ਕਲਚਰ ਵਿੱਚ ਜਿਹੜਾ ਸ਼ਾਮਿਲ ਕਰ ਲਿਆ ਅਤੇ ਆਪਣੇ ਕਲਚਰ ਨੂੰ ਇਨਫੀਰੀਅਰ ਮੰਨ ਕੇ ਉਹਨਾਂ ਦੇ ਕਲਚਰ ਨੂੰ ਸੁਪੀਰੀਅਰ ਮੰਨਿਆ, ਉਹਨਾਂ ਦੀ ਲੈਂਗੁਏਜ ਨੂੰ ਸੁਪੀਰੀਅਰ ਮੰਨਿਆ। ਓਕੇ, ਤਾਂ ਇਸੀ ਪ੍ਰਕਾਰ ਸਾਡੀ ਸਾਈਕੋਲੋਜੀ ਡਾਇਮੈਂਸ਼ਨ ਵਿੱਚ ਕੀ ਸਾਡੇ ਨਸਲਵਾਦ ਨੂੰ ਬੁਲਾਇਆ ਗਿਆ ਵੀ ਇਹਨਾਂ ਜਿਹੜੇ ਗੋਰੇ ਆ ਜਿਹੜੇ ਬਹੁਤ ਵਧੀਆ ਹੁੰਦੇ ਹਨ, ਕਾਲੇ ਜਿਹੜੇ ਕਿ ਉਹ ਗਰੀਬ ਦੇਸ਼ਾਂ ਨਾਲ ਰਿਲੇਟਡ ਹੁੰਦੇ ਹਨ, ਗੋਰੇ ਆ ਜਿਹੜੇ ਉਹ ਅਮੀਰ ਦੇਸ਼ਾਂ ਨਾਲ ਹੁੰਦੇ ਹਨ, ਉਹਨਾਂ ਦਾ ਲਾਈਫ ਸਟਾਈਲ ਵਧੀਆ, ਉਹਨਾਂ ਦੀ ਐਜੂਕੇਸ਼ਨ ਵਧੀਆ, ਉਹਨਾਂ ਦਾ ਕਲਚਰ ਵਧੀਆ। ਠੀਕ ਹੈ, ਇਸ ਤਰ੍ਹਾਂ ਕੀ ਆ ਉਹਨਾਂ ਨੇ ਸਾਡੇ ਜਿਹੜੇ ਵੀਕ ਕੰਟਰੀਜ਼ ਤੇ ਉਹਨਾਂ ਨੇ ਆਪਣਾ ਪ੍ਰਭਾਵ ਛੱਡਿਆ ਅਤੇ ਜਿਸ ਕਾਰਨ ਕੀ ਹੈ ਅੱਜ ਅਸੀਂ ਉਹਨਾਂ ਦੇ ਕਲਚਰ ਨੂੰ ਅਡੋਪਟ ਕਰ ਰਹੇ ਹਨ, ਉਹਨਾਂ ਦੇ ਕਲਚਰ ਨੂੰ ਸੁਪੀਰੀਅਰ ਮੰਨਦੇ ਹਨ ਆਪਣੇ ਕਲਚਰ ਨਾਲੋਂ। ਠੀਕ ਹੈ ਸਟੂਡੈਂਟ, ਇਸ ਪ੍ਰਕਾਰ ਕੁਝ ਥੀਮਸ ਵੀ ਦਿੱਤੇ ਜਾਂਦੇ ਹਨ ਸਾਡੇ ਪੋਸਟ ਕਲੋਨੀਅਲਿਜ਼ਮ ਥਿਊਰੀ ਦੇ ਨਾਲ ਰਿਲੇਟਡ। ਠੀਕ ਹੈ, ਜੇ ਸਾਡੇ ਇਹ ਵੇਖਦੇ ਹਨ ਕਿ ਉਹਨਾਂ ਦੀ ਜਿਹੜੀ ਸਬਜੈਕਟਿਵਿਟੀ ਹੈ ਉਸਨੂੰ ਅਸੀਂ ਅਡੋਪਟ ਕੀਤਾ ਵੀ ਇਹਨਾਂ ਸਬਜੈਕਟ ਹੈ ਜਿਹੜਾ ਉਹ ਉਹਨਾਂ ਦਾ ਰੱਖਿਆ ਗਿਆ ਤੇ ਕੰਮ ਅਸੀਂ ਕਰ ਰਹੇ ਹਾਂ। ਠੀਕ ਹੈ, ਲੀਡਰਸ਼ਿਪ ਉਹਨਾਂ ਦੁਆਰਾ ਕੀਤੀ ਗਈ ਤੇ ਨਾ ਜਿਹੜੀ ਉਹਨਾਂ ਦੇ ਜੋ ਵੀ ਹੁਕਮ ਸੀ ਜਾਂ ਜੋ ਵੀ ਉਹਨਾਂ ਵੱਲੋਂ ਸਾਨੂੰ ਦਿੱਤਾ ਗਿਆ ਅਸੀਂ ਉਸਨੂੰ ਅਡੋਪਟ ਕਰ ਲਿਆ, ਆਪਣੇ ਆਪ ਲੈ ਲਿਆ। ਠੀਕ ਹੈ, ਨੈਸ਼ਨੈਲਿਟੀ ਉਹ ਆਪਣੇ ਕੰਟਰੀਜ਼ ਨੂੰ ਵਧੀਆ ਦੱਸਦੇ ਹਨ, ਸੁਪੀਰੀਅਰ ਦੱਸਦੇ ਹਨ ਤੇ ਸਾਡੀ ਕੰਟਰੀ ਨੂੰ ਇਨਫੀਰੀਅਰ। ਉਸੇ ਪ੍ਰਕਾਰ ਅਸੀਂ ਵੀ ਆਪਣੀ ਕੰਟਰੀ ਨੂੰ ਇਨਫੀਰੀਅਰ ਮੰਨਦੇ ਹਾਂ ਤੇ ਉਹਨਾਂ ਦੀ ਕੰਟਰੀ ਨੂੰ ਸੁਪੀਰੀਅਰ ਮੰਨਦੇ ਹਨ। ਦੈਨ ਰੇਸ, ਉਹਨਾਂ ਦੀ ਰੇਸ ਗੋਰੇ ਤੇ ਕਾਲੇ ਵਿੱਚ ਭੇਦਭਾਵ ਕੀਤਾ ਜਾਂਦਾ, ਇਸੇ ਪ੍ਰਕਾਰ ਅਸੀਂ ਵੀ ਸਾਡੇ ਵੀ ਕਲਚਰ ਵਿੱਚ ਇਹ ਆ ਗਿਆ ਕਿ ਅਸੀਂ ਵੀ ਗੋਰੇ ਤੇ ਕਾਲੇ ਵਿੱਚ ਭੇਦਭਾਵ ਕਰਨਾ ਸਿੱਖ ਗਏ। ਨੈਕਸਟ ਹੈ ਆਇਡੈਂਟੀਟੀ, ਹਰੇਕ ਇਨਸਾਨ ਹੈ ਜਿਹੜੇ ਆਪਣੀ ਆਇਡੈਂਟੀਟੀ ਛੁਪਾ ਕੇ ਜਿਹੜਾ ਪਾਵਰਫੁਲ ਕੰਟਰੀ ਦੀ ਆਇਡੈਂਟੀਟੀ ਨੂੰ ਅਡੋਪਟ ਕਰ ਰਿਹਾ ਹੈ। ਇਸ ਤਰ੍ਹਾਂ ਕੀ ਹੈ ਜਿਹੜੀ ਹਰੇਕ ਅਸੀਂ ਉਹਨਾਂ ਨੂੰ ਪਾਵਰ ਦਿੱਤੀ ਤੇ ਨਾ ਉਹ ਸਾਡੇ ਤੇ ਕੰਟਰੋਲ ਕਰਨ ਲੱਗ ਪਏ ਵੀਕ ਕੰਟਰੀਜ਼ ਤੇ। ਇਸ ਤਰ੍ਹਾਂ ਕੀ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਜਦੋਂ ਪਾਵਰਫੁਲ ਕੰਟਰੀਜ਼ ਨੂੰ ਦੇ ਦਿੱਤੀਆਂ ਤਾਂ ਕੀ ਆ ਅਸੀਂ ਉਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਆਪਣੀ ਪਾਵਰ ਹੈ ਜਿਹੜੀ ਸਾਡਾ ਸ਼ੋਸ਼ਣ ਕਰਨ ਲਈ, ਸਾਡਾ ਮਾਨਸਿਕਤਾ ਤੇ ਸਾਡੀ ਇਮੋਸ਼ਨੈਲਿਟੀ, ਸਾਡੀ ਜਿਹੜੀ ਵਿਚਾਰਧਾਰਾ ਸੀ ਉਸ ਸੰਬੰਧੀ ਜਿਹੜੀ ਕੰਟਰੋਲ ਕਰਨ ਦੀ ਪਾਵਰ ਹੈ ਜਿਹੜੀ ਅਸੀਂ ਪਾਵਰਫੁਲ ਕੰਟਰੀਜ਼ ਨੂੰ ਦੇ ਦਿੱਤੀਆਂ ਤੇ ਉਹਨਾਂ ਨੇ ਸਾਡੇ ਤੇ ਸਿਰਫ ਕੰਟਰੋਲ ਕੀਤਾ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪੋਸਟ ਕਲੋਨੀਅਲਿਜ਼ਮ ਥਿਊਰੀ ਹੈ ਜਿਹੜੀ ਇੱਕ ਸਾਡੇ ਕਨਸੈਪਟ ਨੂੰ ਚੇਂਜ ਕਰ ਦਿੱਤਾ ਪਾਵਰਫੁਲ ਕੰਟਰੀਜ਼ ਨੇ। ਠੀਕ ਹੈ, ਉਹਨਾਂ ਨੇ ਸਾਡੇ ਤੇ ਪ੍ਰਭਾਵ ਛੱਡਿਆ ਕਿ ਜਿਹੜੀ ਵੀਕ ਕੰਟਰੀਜ਼ ਨੇ ਜਾਂ ਅਦਰ ਕੰਟਰੀਜ਼ ਨੇ ਉਹ ਇੱਕ ਗਰੀਬ ਕੰਟਰੀਆਂ ਨੇ ਤੇ ਜਿਹੜਾ ਉਹ ਇਨਫੀਰੀਅਰ ਕੰਟਰੀਆਂ ਨੇ ਤੇ ਸਾਡੀ ਕੰਟਰੀ ਹੈ ਜਿਹੜੀ ਇੱਕ ਸੁਪੀਰੀਅਰ ਕੰਟਰੀ ਹੈ। ਅਸੀਂ ਅੱਜ ਦੇ ਟਾਈਮ ਵਿੱਚ ਵੈਸਟਰਨ ਕੰਟਰੀਜ਼ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਹਨ, ਉਹਨਾਂ ਦੀ ਚਾਹੇ ਲੈਂਗੁਏਜ ਹੈ, ਚਾਹੇ ਡਿਸ਼ਿਸ ਨੇ, ਚਾਹੇ ਉਹਨਾਂ ਦਾ ਡਰੈਸਿੰਗ ਸੈਂਸ ਹੈ, ਚਾਹੇ ਉਹਨਾਂ ਦਾ ਕਲਚਰ ਹੈ, ਕਿਸੇ ਵੀ ਤਰ੍ਹਾਂ ਦੀ ਜਿਹੜੀ ਥਿੰਕਿੰਗ ਹੈ ਉਸਨੂੰ ਕੀ ਹੈ ਬੈਸਟ ਮੰਨਦੇ ਹਨ, ਸਾਡੇ ਕਲਚਰ ਨਾਲੋਂ ਬੈਸਟ ਮੰਨਦੇ ਹਨ।
ਅਤੇ ਅਸੀਂ ਆਪਣੇ ਕਲਚਰ ਨੂੰ ਕੀ ਹੈ ਇਨਫੀਰੀਅਰ ਮੰਨ ਕੇ ਜਿਹੜਾ ਉਹ ਆਪਣੇ ਆਪ ਵਿੱਚ ਕੀ ਹੈ ਉਸ ਕਲਚਰ ਦਾ ਸ਼ੋਸ਼ਣ ਕਰ ਰਹੇ ਹੁੰਦੇ ਆ। ਇਸ ਪ੍ਰਕਾਰ ਕਈ ਕਨਸੈਪਟ ਵੀ ਸਾਡੇ ਸਾਹਮਣੇ ਇਸ ਥਿਊਰੀ ਦੇ ਅਕੋਰਡਿੰਗ ਆਉਂਦੇ ਹਨ। ਫਸਟ ਹੈ ਅਦਰਿੰਗ ਐਂਡ ਅਦਰਨੈਸ। ਅਦਰਿੰਗ ਐਂਡ ਅਦਰਨੈਸ ਵਿੱਚ ਕੀ ਹੈ ਇਹ ਦਿਖਾਇਆ ਗਿਆ ਹੈ ਕਿ ਬ੍ਰਿਟਿਸ਼ਰ ਹੈ ਦੀ ਇੱਕ ਕॉलोनीज ਹੈ ਫॉर एग्जांपल ਇਸ ਵਿੱਚ ਕੀ ਹੈ ਉਹ ਪਾਵਰਫੁਲ ਕੰਟਰੀਜ਼ ਨੇ ਠੀਕ ਹੈ ਉਹ ਡਿਫਰੈਂਟ ਅਦਰ ਕੰਟਰੀਜ਼ ਤੇ ਕੀ ਹੈ ਆਪਣਾ ਪ੍ਰਭਾਵ ਛੱਡ ਕੇ ਉਹਨਾਂ ਨੂੰ ਇੱਕ ਕॉलोनीज ਹੈ ਜਿਹੜੀਆਂ ਬਣਾ ਕੇ ਆਪਣੇ ਅੰਡਰ ਰੱਖਦੀਆਂ ਸੀ। ਫॉर एग्जांपल ਜਦੋਂ ਇੰਡੀਆ ਹੈ ਜਿਹੜਾ ਕॉलोनीज ਦੇ ਰੂਪ ਵਿੱਚ ਬ੍ਰਿਟਿਸ਼ਰ ਦੇ ਅੰਡਰ ਸੀਗਾ ਤਾਂ ਉਸ ਵਿੱਚ ਕੀ ਹੈ ਉਹਨਾਂ ਨੂੰ ਜਾਂ ਅਦਰ ਕੰਟਰੀਆਂ ਸੀਗੀਆਂ ਤਾਂ ਉਹਨਾਂ ਨੂੰ ਐਜ਼ ਅ ਸਲੇਵ ਮੰਨਿਆ ਜਾਂਦਾ ਸੀ ਠੀਕ ਹੈ। ਉਹਨਾਂ ਦੀ ਵਿਸ਼ਿਸ ਨੂੰ ਕੀ ਹੈ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ ਸੀ, ਉਹਨਾਂ ਦੀ ਵਿਸ਼ਿਸ ਦੀ ਕੋਈ ਇੰਪੋਰਟੈਂਸ ਨਹੀਂ ਸੀ। ਸੈਕਿੰਡ ਕਨਸੈਪਟ ਹੈ ਐਕਸਕੋਟਿਕ ਅਦਰਿੰਗ ਐਂਡ ਡੈਮੋਨਿਕ ਅਦਰਿੰਗ। ਐਕਸਕੋਟਿਕ ਅਦਰਿੰਗ ਹੈ ਜਿਹੜਾ ਉਸ ਵਿੱਚ ਕੀ ਹੈ ਅਦਰ ਜਿਹੜੀ ਯੂਰਪੀ ਕੰਟਰੀ ਸੀ ਉਹਨਾਂ ਨੂੰ ਐਜ਼ ਅ ਮਿਸਟੀਰੀਅਸ ਜਾਂ ਸੁੰਦਰ ਜਗ੍ਹਾ ਦਿਖਾ ਕੇ ਦਿਖਾਇਆ ਗਿਆ ਹੈ ਕਿ ਵੈਸਟਰਨ ਕੰਟਰੀਆਂ ਕਿੰਨੀਆਂ ਸਾਫ਼ ਹੁੰਦੀਆਂ ਨੇ, ਉਹਨਾਂ ਨੂੰ ਇੱਕ ਸਵਰਗ ਦੇ ਰੂਪ ਵਿੱਚ ਜਿਹੜਾ ਦਿਖਾਇਆ ਗਿਆ ਹੈ। ਪਰੰਤੂ ਡਿਮੋਨਿਕ ਕੰਟਰੀਆਂ ਸੀ ਉਹ ਅਦਰਿੰਗ ਉਹ ਸੀ ਜਿਸ ਅਧੀਨ ਕੀ ਹੈ ਉਹਨਾਂ ਨੂੰ ਇੱਕ ਬੈਕਵਰਡ ਕੰਟਰੀ ਦੇ ਰੂਪ ਵਿੱਚ ਜਾਂ ਇਨਫੀਰੀਅਰ ਜਾਂ ਵੈਲ ਰੂਪ ਦੇ ਵਿੱਚ ਦਿਖਾਇਆ ਗਿਆ ਹੈ ਜਿਨ੍ਹਾਂ ਨੂੰ ਹਾਰਟ ਆਫ ਡਾਰਕਨੈਸ ਵੀ ਕਿਹਾ ਗਿਆ ਠੀਕ ਹੈ। ਥਰਡ ਕਨਸੈਪਟ ਹੈ ਹਾਈਬ੍ਰਿਡਿਟੀ ਦਾ ਕਨਸੈਪਟ ਠੀਕ ਹੈ ਜਿਨ੍ਹਾਂ ਨੂੰ ਕੀ ਹੈ ਡਬਲ ਕੌਨਸ਼ੀਅਸਨੈਸ ਕਿਹਾ ਗਿਆ ਹੈ। ਜਿਨ੍ਹਾਂ ਨੇ ਇਸ ਕਨਸੈਪਟ ਨੇ ਕੀ ਹੈ ਡਬਲ ਕੌਨਸ਼ੀਅਸਨੈਸ ਦਿਖਾਇਆ ਗਿਆ ਹੈ ਜਿਸ ਵਿੱਚ ਕੀ ਹੈ ਹਾਈਬ੍ਰਿਡਿਟੀ ਹੈ ਜਿਹੜਾ ਮਿਕਸਿੰਗ ਆਫ ਕਲਚਰ ਹੈ ਜਿਹੜਾ ਦਿਖਾਇਆ ਗਿਆ ਠੀਕ ਹੈ। ਹਾਈਬ੍ਰਿਡਿਟੀ ਤੋਂ ਭਾਵ ਹੈ ਮਿਕਸਿੰਗ ਆਫ ਕਲਚਰ ਭਾਵ ਕਿ ਇੰਡੀਆ ਦੇ ਸਟੂਡੈਂਟ ਵੈਸਟਰਨ ਵਿੱਚ ਪੜ੍ਹਿਆ ਹੈ ਤਾਂ ਉਹ ਆਪਣੇ ਕਲਚਰ ਨੂੰ ਕੀ ਹੈ ਵੈਸਟਰਨ ਦੇ ਕਲਚਰ ਨਾਲ ਮਿਕਸ ਕਰ ਲੈਂਦਾ ਹੈ ਤੇ ਦੋਵੇਂ ਕਲਚਰ ਨੂੰ ਅਡਾਪਟ ਕਰ ਲੈਂਦਾ ਹੈ ਓਕੇ। तो इस प्रकार हाइब्रिडिटी है ਜਿਹੜੀ ਉਹ ਦੋ ਚੀਜ਼ਾਂ ਨੂੰ ਮਿਲ ਕੇ ਬਣਾਈ ਗਈ ਹੈ ਮਿਕਸਿੰਗ ਆਫ ਕਲਚਰ ਜਿਸ ਵਿੱਚ ਕੀ ਹੈ ਇੱਕ ਸਟੂਡੈਂਟ ਹੈ ਜਿਹੜਾ ਵੈਸਟਰਨ ਵਿੱਚ ਪੜ੍ਹਿਆ ਹੈ ਤਾਂ ਉਹਨਾਂ ਦੇ ਕਲਚਰ ਨੂੰ ਅਡਾਪਟ ਕਰਕੇ ਉਹ ਆਪਣੇ ਕਲਚਰ ਨੂੰ ਮਿਕਸ ਕਰ ਲੈਂਦਾ ਹੈ। ਸੈਕਿੰਡ ਹੈ ਡਬਲ ਕੌਨਸ਼ੀਅਸਨੈਸ ਨੂੰ ਜਨਮ ਦਿੱਤਾ ਹੈ ਕਿ ਇੱਕ ਇੰਡੀਵਿਜੂਅਲ ਦੀ ਸਪਿਰਿਟ ਟੂ ਪਾਰਟਸ ਵਿੱਚ ਡਿਵਾਈਡ ਹੋ ਜਾਂਦੀ ਹੈ ਕਿ ਉਹਨਾਂ ਦੀ ਜੋ ਵੀ ਮਾਨਤਾ ਹੈ ਜਾਂ ਜੋ ਵੀ ਉਹਨਾਂ ਦੀ ਥਿੰਕਿੰਗ ਹੈ ਜਿਹੜੀ ਟੂ ਪਾਰਟਸ 'ਚ ਡਿਵਾਈਡ ਹੋ ਜਾਂਦੀ ਹੈ ਕਿ ਸਾਡੀ ਕੰਟਰੀ ਇਨਫੀਰੀਅਰ ਹੈ ਉਹਨਾਂ ਦੀ ਕੰਟਰੀ ਸੁਪੀਰੀਅਰ ਹੈ, ਉਹਨਾਂ ਦੀ ਲੈਂਗੁਏਜ ਸੁਪੀਰੀਅਰ ਹੈ ਸਾਡੀ ਲੈਂਗੁਏਜ ਇਨਫੀਰੀਅਰ ਹੈ। ਇਸ ਪ੍ਰਕਾਰ ਕੀ ਹੈ ਉਸਦੀ ਜਿਹੜੀ ਥਿੰਕਿੰਗ ਹੈ ਉਹਦੀ ਸਪਿਰਿਟ ਹੈ ਉਹ ਟੂ ਪਾਰਟਸ ਵਿੱਚ ਡਿਵਾਈਡ ਹੋ ਜਾਂਦੀ ਹੈ। ਇਸ ਪ੍ਰਕਾਰ ਅਸੀਂ ਕ੍ਰਿਟਿਸਿਜ਼ਮ ਦੇ ਰੂਪ ਵਿੱਚ ਵੇਖ ਸਕਦੇ ਹਾਂ ਕਿ ਸੰਸਕ੍ਰਿਤਿਕ ਆਲੋਚਨਾ ਪੋਸਟ ਕਲੋਨੀਅਲਿਜ਼ਮ ਦਾ ਇੱਕ ਆਮ ਤੌਰ ਤੇ ਸੰਬੰਧਿਤ ਦੇਸ਼ਾਂ ਦੀ ਉਤਪਾਦਿਤ ਸੰਸਕ੍ਰਿਤਿਕ ਗ੍ਰੰਥਾਂ ਦਾ ਵਿਸ਼ਲੇਸ਼ਣ ਨਾਲ ਹੈ ਭਾਵ ਕਿ ਉਹਨਾਂ ਵੱਲੋਂ ਜੋ ਵੀ ਲਿਟਰੇਚਰ ਲਿਖਿਆ ਗਿਆ ਉਸ ਸੰਬੰਧੀ ਜੋ ਵੀ ਸਾਨੂੰ ਮਿਲਦਾ ਹੈ ਲਿਖਿਆ ਹੋਇਆ ਜਾਂ ਉਹਨਾਂ ਦੇ ਜੋ ਸੰਸਕ੍ਰਿਤਿਕ ਕਲਚਰ ਗ੍ਰੰਥ ਮਿਲਦੇ ਹਨ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਜੋ ਮਨੁੱਖੀ ਉਪਨਿਵੇਸ਼ਵਾਦ ਸ਼ਕਤੀਆਂ ਦੇ ਨਿਯੰਤਰਣ ਵਿੱਚ ਆ ਗਏ ਸੀ ਭਾਵ ਕਿ ਪਾਵਰਫੁਲ ਕੰਟਰੀਜ਼ ਦੇ ਅਧੀਨ ਇੱਕ ਕॉलोनीज ਬਣਾ ਕੇ ਰਹਿ ਰਹੀਆਂ ਸਨ ਠੀਕ ਹੈ। ਐਡਵਰਡ ਸਾਈਡ ਨੇ ਆਪਣੀ ਪੁਸਤਕ ਓਰੀਐਂਟੇਸ਼ਨ ਵਿੱਚ ਬਸਤੀਆਂ ਬਣਾਉਣ ਵਾਲੇ ਨੂੰ ਤੀਜੀ ਕੰਟਰੀ ਜਾਂ ਪੋਸਟ ਕਲੋਨੀਅਲਿਜ਼ਮ ਦੇ ਬਾਰੇ ਝੂਠ ਚਿਤਰਨ ਕੀਤਾ ਕਿ ਕ੍ਰਿਟਿਸਿਜ਼ਮ ਦੇ ਰੂਪ ਵਿੱਚ ਇਹ ਕਿਹਾ ਗਿਆ ਹੈ ਕਿ ਜੇ ਐਡਵਰਡ ਸਾਈਡ ਨੇ ਜੋ ਵੀ ਦੱਸਿਆ ਗਿਆ ਹੈ ਕਿ ਓਰੀਐਂਟੇਸ਼ਨ ਵਿੱਚ ਜਿੰਨੀਆਂ ਵੀ ਬਸਤੀਆਂ ਸੀ ਉਹ ਇੱਕ ਤੀਸਰੀ ਦੁਨੀਆ ਦੀ ਹੀ ਕੰਟਰੀ ਸੀਗੀਆਂ ਤੇ ਪੋਸਟ ਕਲੋਨੀਅਲਿਜ਼ਮ ਦੇ ਬਾਰੇ ਜੋ ਵੀ ਕਨਸੈਪਟ ਦਿੱਤਾ ਹੈ ਉਸ ਨੂੰ ਇੱਕ ਝੂਠ ਦੇ ਰੂਪ ਵਿੱਚ ਚਿਤਰਿਤ ਕੀਤਾ ਹੈ ਠੀਕ ਹੈ। ਮਿਥਕ ਦੁਆਰਾ ਪੂਰਵ ਸੰਸਕ੍ਰਿਤਿਕ ਅਤੇ ਲੋਕਾਂ ਉੱਪਰ ਪੱਛਮੀ ਸ਼ੋਸ਼ਣ ਸੱਤਾ ਨੂੰ ਨਿਆਂ ਉਚਿਤ ਦੱਸਿਆ ਗਿਆ ਹੈ ਕਿ ਜਿਹੜਾ ਮਿਥਕ ਦੁਆਰਾ ਕੀ ਹੈ ਇਸ ਰਾਈਟਰ ਦੁਆਰਾ ਇਹ ਦੱਸਿਆ ਗਿਆ ਹੈ ਕਿ ਮੱਧ ਪੂਰਬੀ ਸੰਸਕ੍ਰਿਤਿਕ ਅਤੇ ਉਹਨਾਂ ਉੱਪਰ ਜੋ ਵੀ ਪੱਛਮੀ ਸ਼ੋਸ਼ਣ ਅਤੇ ਸੱਤਾ ਸੀਗੀ ਉਸ ਨੂੰ ਕੀ ਹੈ ਪ੍ਰੋਪਰਲੀ ਰਾਈਟ ਦੱਸਿਆ ਹੈ। ਪੋਸਟ ਕਲੋਨੀਅਲਿਜ਼ਮ ਕ੍ਰਿਟਿਸਿਜ਼ਮ ਵਿੱਚ ਹੋਮੀ ਕੇ ਭਾਭਾ ਨੇ ਦਿਖਾਇਆ ਹੈ ਕਿ ਕਿਸ ਪ੍ਰਕਾਰ ਇੱਕ ਕਲਚਰ ਤੇ ਦੂਸਰੇ ਕਲਚਰ ਨੂੰ ਗਲਤ ਢੰਗ ਨਾਲ ਪ੍ਰਦਰਸ਼ਿਤ ਕੀਤਾ ਹੈ ਜਿਸ ਦੇ ਪਰਿਮਾਣ ਸਰੂਪ ਹੈ ਜਿਹੜਾ ਆਧੁਨਿਕ ਵਿਸ਼ਵ ਵਿਵਸਥਾ ਵਿੱਚ ਉਪਨਿਵੇਸ਼ਵਾਦ ਸੰਸਕ੍ਰਿਤੀਆਂ ਜਿੰਨੀਆਂ ਵੀ ਕॉलोनी ਸੀਗੀਆਂ ਉਹਨਾਂ ਦੀਆਂ ਸੰਸਕ੍ਰਿਤੀਆਂ ਦਾ ਰਾਜਨੀਤਿਕ ਸਮਾਜਿਕ ਸਨਮਾਨ ਹੈ ਜਿਹੜਾ ਵਧਾਇਆ ਹੈ।
ਨੈਕਸਟ ਹੈ ਨਾਰੀਵਾਦੀ ਆਲੋਚਕਾਂ ਨੇ ਪੋਸਟ ਕਲੋਨੀਅਲਿਜ਼ਮ ਥਿਊ ਰਾਹੀਂ ਮਹਿਲਾਵਾਂ ਦੀ ਪੂਰੀਆਂ ਸੰਸਕ੍ਰਿਤੀਆਂ ਨੂੰ ਉਭਾਰਨ ਦਾ ਯਤਨ ਕੀਤਾ ਹੈ ਜੋ ਪਹਿਲਾਂ ਨਜ਼ਰਅੰਦਾਜ਼ ਕੀਤਾ ਗਿਆ ਸੀ। ਠੀਕ ਹੈ, ਪੋਸਟ ਕਲੋਨੀਅਲਿਜ਼ਮ ਇੱਕ ਆਲੋਚਨਾ ਹੈ, ਇੱਕ ਕ੍ਰਿਟਿਸਿਜ਼ਮ ਹੈ ਨੂੰ ਮਾਰਕਸਵਾਦੀ ਮਿਸ਼ੇਲ ਫੁਰਕੇ ਨੇ ਵੀ ਪ੍ਰਭਾਵਿਤ ਕੀਤਾ ਹੈ, ਜਿਸ ਨੇ ਵਿਖੰਡਨ ਨਾ ਕੇਵਲ ਲੜੀਬੰਦ ਬਲਕਿ ਹਰੇਕ ਪਰਿਪੇਕਸ਼ ਵਿੱਚ ਪਹਿਲੀ ਅਵਧੀ ਨਾਲ ਸ੍ਰੇਸ਼ਟਤਾ ਨੂੰ ਵਿਚਾਰਨ ਦੀ ਚੁਣੌਤੀ ਦਿੱਤੀ ਹੈ। ਨੈਕਸਟ ਹੈ ਪੋਸਟ ਕਲੋਨੀਅਲਿਜ਼ਮ ਇੱਕ ਇੰਟੈਲੈਕਚੁਅਲ ਡਿਸੀਜ਼ਨ ਹੈ ਜਿਸ ਵਿੱਚ ਕੀ ਹੈ ਇਹ ਰਿਐਕਸ਼ਨ ਕਲੋਨੀਕਲ ਸਾਮਰਾਜਵਾਦ ਦੀ ਸੰਸਕ੍ਰਿਤੀ ਜਾਂ ਵਿਰਾਸਤ ਦਾ ਵਿਸ਼ਲੇਸ਼ਣ ਹੁੰਦਾ ਹੋਇਆ ਦਿਖਾਈ ਦਿੱਤਾ ਗਿਆ ਹੈ। ਪੋਸਟ ਕਲੋਨੀਅਲਿਜ਼ਮ ਦਾ ਸੰਬੰਧ ਜਿਹੜਾ ਉਪਨਿਵੇਸ਼ਵਾਦ ਸ਼ਾਸਨ ਸੰਸਕ੍ਰਿਤਿਕ ਪਹਿਚਾਣ ਨਾਲ ਹੈ। ਇਸ ਵਿੱਚ ਕੀ ਹੈ ਉਪਨਿਵੇਸ਼ਕ ਸ਼ਾਸਨ ਤੋਂ ਬਾਅਦ ਇੱਕ ਰਾਸ਼ਟਰੀ ਪਹਿਚਾਣ ਦੇ ਰੂਪ ਵਿੱਚ ਜਿਹੜਾ ਉਹਨਾਂ ਨੂੰ ਦਿਖਾਇਆ ਗਿਆ ਹੈ। ਇਸ ਥਿਊਰੀ ਰਾਹੀਂ ਜਿਹੜੇ ਐਡਵਰਡ ਸਾਇਦ ਨੇ ਕਿ ਉਹ ਜਿਹੜੀਆਂ ਵੀ ਉਪਨਿਵੇਸ਼ਵਾਦੀਆਂ ਜਿਹੜੀ ਕਾਲੋਨੀ ਸੀਗੀਆਂ, ਠੀਕ ਹੈ, ਉਹਨਾਂ ਦੇ ਹਿੱਤਾਂ ਦੀ ਪੂਰਤੀ ਅਤੇ ਯਾਨੀ ਕਿ ਪਾਵਰਫੁਲ ਕੰਟਰੀਆਂ ਸੀ ਜਿੰਨੀਆਂ ਵੀ ਉਹਨਾਂ ਦੇ ਹਿੱਤਾਂ ਦੀ ਪੂਰਤੀ ਉਪਨਿਵੇਸ਼ ਸਾਹਿਤ ਜਿਹੜਾ ਉਹਨਾਂ ਦੇ ਕਲਚਰ ਦੁਆਰਾ ਕੀ ਹੈ ਜਿਹੜੀ ਕਾਲੋਨੀਜ਼ ਜਾਂ 20 ਕੰਟਰੀਆਂ ਸੀਗੀਆਂ ਉਹਨਾਂ ਦੇ ਲੋਕਾਂ ਦੇ ਸਮਾਜ ਸੰਸਕ੍ਰਿਤੀ ਨੂੰ ਘਟੀਆ ਦਿਖਾਇਆ ਗਿਆ ਕਿ ਪਾਵਰਫੁਲ ਕੰਟਰੀਆਂ ਦੇ ਜਿਹੜੇ ਕਲਚਰ ਸੀ ਉਹਨਾਂ ਦੇ ਜੋ ਵੀ ਉਹਨਾਂ ਦੇ ਹਿੱਤ ਸੀ ਉਹਨਾਂ ਨੂੰ ਵਧੀਆ ਦੱਸਿਆ ਗਿਆ ਹੈ। ਇਸ ਪ੍ਰਕਾਰ ਪੋਸਟ ਕਲੋਨੀਅਲਿਜ਼ਮ ਆਧੁਨਿਕ ਉਪਨਿਵੇਸ਼ਵਾਦ ਦੇ ਵਿਕਾਸ ਸਥਿਤੀ ਪਰਿਣਾਮ ਦੀ ਵਿਆਖਿਆ ਦਾ ਯਤਨ ਦੁਆਰਾ ਸਮਕਾਲੀਨ ਸੰਸਕ੍ਰਿਤੀ ਦੀ ਅਵਤਾਰਨਾ ਕਿ ਜੋ ਵੀ ਪੁਰਾਣੇ ਟਾਈਮ ਵਿੱਚ ਹੋਇਆ ਉਹਨਾਂ ਇੱਕ ਕਾਲੋਨੀਜ਼ ਦੇ ਰੂਪ ਵਿੱਚ ਪਾਵਰਫੁਲ ਕੰਟਰੀਆਂ ਦੁਆਰਾ ਜਿਹੜਾ ਰੱਖਿਆ ਗਿਆ ਉਸ ਦੀ ਕੀ ਹੈ ਇੱਕ ਸਮਕਾਲੀਨ ਅਵਧਾਰਨਾ ਜਾਂ ਕਲਚਰ ਦੇ ਰੂਪ ਵਿੱਚ ਇੱਕ ਕਨਸੈਪਟ ਦੇ ਰਾਹੀਂ ਦੱਸਿਆ ਗਿਆ। ਐਡਵਰਡ ਸਾਇਦ ਨੇ ਇਸ ਤਰ੍ਹਾਂ ਇਹਨਾਂ ਤਰਕਾਂ ਦੇ ਆਧਾਰ ਤੇ ਆਪਣੀ ਪੁਸਤਕ ਓਰੀਐਂਟੇਸ਼ਨ ਵਿੱਚ ਯੂਰਪੀ ਸਾਮਰਾਜਵਾਦ ਦੇ ਸੰਸਕ੍ਰਿਤਿਕ ਦਸਤਾਵੇਜ਼ ਦਾ ਅਧਿਐਨ ਕੀਤਾ ਹੈ ਕਿ ਉਹਨਾਂ ਨੇ ਕੀ ਹੈ ਇੱਕ ਯੂਰਪੀਅਨ ਸਾਮਰਾਜਵਾਦ ਦੇ ਬਾਰੇ ਦੱਸਿਆ ਹੈ ਔਰ ਆਪਣੀ ਬੁੱਕ ਓਰੀਐਂਟੇਸ਼ਨ ਵਿੱਚ, ਠੀਕ ਹੈ, ਜਿਸ ਵਿੱਚ ਕੀ ਹੈ ਦਵੰਦਵਾਦ ਅਧਿਕਾਰ ਉੱਪਰ ਮਾਰਕਸਵਾਦ ਦੇ ਬਹਾਲਿਆਂ ਆਦਿ ਸ਼ਾਮਿਲ ਹਨ, ਜਿਸ ਵਿੱਚ ਕੀ ਹੈ ਕਲੋਨੀਅਲਿਜ਼ਮ ਅਧੀਨ ਬਸਤੀਆਂ ਬਣਾਈਆਂ ਗਈਆਂ, ਲੋਕਾਂ ਦੀ ਵਿਭਿੰਨਤਾ ਦੀ ਪਹਿਚਾਣ ਜਾਦੂ ਟੋਨੇ ਵਾਲੇ ਅਸਭਿਆ ਦੇ ਰੂਪ ਵਿੱਚ ਕੀਤੀ ਗਈ। ਠੀਕ ਹੈ, ਜਿਹੜੇ ਲੋਕ ਸੀਗੇ ਗਰੀਬ ਦੇਸ਼ ਤੋਂ ਉਹਨਾਂ ਵਿੱਚ ਕੀ ਹੈ ਲੋਕਾਂ ਦੇ ਵਿੱਚ ਵਿਭਿੰਨਤਾ ਕੀਤੀ ਗਈ, ਜਾਦੂ ਟੋਨੇ ਰਾਹੀਂ ਕੀ ਹੈ ਉਹਨਾਂ ਦੇ ਕਲਚਰ ਨੂੰ ਅਸਭਿਆ ਦੱਸਿਆ ਗਿਆ। ਅਧੀਨ ਸ਼ਬਦ ਦਾ ਪ੍ਰਯੋਗ ਕਰਦੇ ਹੋਏ ਕੀ ਹੈ ਇਹਨਾਂ ਇਤਿਹਾਸਕਾਰਾਂ ਨੇ ਮਾਰਕਸਵਾਦੀ ਇਤਿਹਾਸਿਕ ਪਰੰਪਰਾਵਾਂ ਤੋਂ ਹਟ ਕੇ ਕੀ ਹੈ ਭਾਰਤ ਵਿੱਚ ਪੋਸਟ ਕਲੋਨੀਅਲਿਜ਼ਮ ਦੇ ਅਨੁਭਵ ਦਾ ਪ੍ਰਯੋਗ ਕੀਤਾ। ਠੀਕ ਹੈ, ਇਸ ਰਾਹੀਂ ਕੀ ਹੈ ਜਦੋਂ ਪੋਸਟ ਕਲੋਨੀਅਲਿਜ਼ਮ ਸ਼ਬਦ ਰਾਹੀਂ ਇਹ ਦੱਸਿਆ ਗਿਆ ਇਤਿਹਾਸਕਾਰਾਂ ਨੇ ਕੀ ਹੈ ਮਾਰਕਸਵਾਦੀਆਂ ਦੇ ਇਤਿਹਾਸਿਕ ਪਰੰਪਰਾਵਾਂ ਤੋਂ ਹਟ ਕੇ ਕੀ ਹੈ ਇੱਕ ਐਡਵਰਡ ਸਾਇਡ ਨੇ ਪੋਸਟ ਕਲੋਨੀਅਲਿਜ਼ਮ ਦਾ ਅਨੁਭਵ ਕਰਾਇਆ ਕਿ ਉਸ ਟਾਈਮ ਕੀ ਕੁਛ ਹੋਇਆ। ਮਾਰਕਸਵਾਦੀਆਂ ਨੇ ਕਿ ਉਹਨਾਂ ਦੇ ਸੰਘਰਸ਼ ਬਾਰੇ ਜਿਹੜਾ ਅਣਦੇਖਾ ਕੀਤਾ ਗਿਆ। ਪੋਸਟ ਕਲੋਨੀਅਲਿਜ਼ਮ ਅਧੀਨਤਾ ਜਾਂ ਵਿਭਿੰਨ ਸੰਸਕ੍ਰਿਤੀ ਅੰਕੜਿਆਂ ਅਤੇ ਬਦਲਾਵ ਦੇ ਪ੍ਰਤੀਨਿਧਤਵ ਦੇ ਯਤਨਾਂ ਨਾਲ ਉਪਨਿਵੇਸ਼ ਦੁਆਰਾ ਦਿੱਤੇ ਘਰ ਅਤੇ ਸੰਬੰਧਿਤ ਬਾਰੇ ਨਵਾਂ ਰੂਪ ਲੈਣ ਦਾ ਯਤਨ ਕੀਤਾ ਹੈ। ਪੋਸਟ ਕਲੋਨੀਅਲਿਜ਼ਮ ਹੈ ਜਿਹੜਾ ਜੋ ਕਿ ਉਹਨਾਂ ਦੇ ਅਧੀਨ ਹੈ ਜਾਂ ਵਿਭਿੰਨ ਕੰਟਰੀ ਸੀਗੀਆਂ ਉਹਨਾਂ ਦੇ ਅੰਕੜਿਆਂ ਜਾਂ ਬਦਲਾਵ ਦੇ ਪ੍ਰਤੀਨਿਧਤਵ ਨੂੰ ਯਤਨ ਦੁਆਰਾ ਕੀ ਹੈ ਉਪਨਿਵੇਸ਼ ਦੁਆਰਾ ਦਿੱਤੇ ਗਏ ਘਰ ਅਤੇ ਸੰਬੰਧਿਤ ਬਾਰੇ ਨਵਾਂ ਰੂਪ ਲੈਣ ਦਾ ਯਤਨ ਕੀਤਾ ਕਿ ਉਹਨਾਂ ਕਾਲੋਨੀਜ਼ ਨੂੰ ਇੱਕ ਨਵਾਂ ਰੂਪ ਦੇਣ ਦਾ ਯਤਨ ਕੀਤਾ ਹੈ। ਪੋਸਟ ਕਲੋਨੀਅਲਿਜ਼ਮ ਪਰਿਭਾਸ਼ਾ ਨੂੰ ਸਾਹਿਤ ਸ਼ੈਲੀ ਦੇ ਸੰਦਰਭ ਵਿੱਚ ਸੰਸਕ੍ਰਿਤਿਕ ਸਿਧਾਂਤ ਦੇ ਵਿਰੋਧ ਦੇ ਰੂਪ ਵਿੱਚ ਮੋਟੇ ਤੌਰ ਤੇ ਪਰਿਭਾਸ਼ਿਤ ਕੀਤਾ ਹੈ, ਜਦ ਕਿ ਪੂਰਵ ਬ੍ਰਿਟਿਸ਼ ਉਪਨਿਵੇਸ਼ਵਾਦ ਤੋਂ ਪਹਿਲਾਂ ਲੋਕਾਂ ਦੁਆਰਾ ਲਿਖੇ ਕੰਮ ਦੇ ਰੂਪ ਵਿੱਚ ਉੱਤਰ ਉਪਨਿਵੇਸ਼ਵਾਦ ਸਾਹਿਤ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ ਕਿ ਜਿਹੜੀ ਪਾਵਰਫੁਲ ਕੰਟਰੀ ਸੀ ਉਹਨਾਂ ਨੂੰ ਵੈਸਟਰਨ ਕੰਟਰੀਜ਼ ਰਾਹੀਂ ਅਤੇ ਜਿਹੜੀ 20 ਕੰਟਰੀਆਂ ਸੀ ਉਹਨਾਂ ਨੂੰ ਉੱਤਰ ਦੀਆਂ ਕਾਲੋਨੀਜ਼ ਦੇ ਰੂਪ ਵਿੱਚ ਦੱਸਿਆ ਗਿਆ ਹੈ। ਜਿਵੇਂ ਕਿ ਪਹਿਲਾਂ ਅਰਥ ਵਿੱਚ ਵੀ ਦਿਖਾਇਆ ਗਿਆ ਸੀ ਕਿ ਇੱਕ ਓਰੀਐਂਟ ਸੀ ਇੱਕ ਆਕਸੀਡੈਂਟ ਸੀ। ਠੀਕ ਹੈ, ਤਾਂ ਇਸ ਤਰ੍ਹਾਂ ਕੀ ਹੈ
ਇਹ ਉੱਤਰ ਦੇ ਉਪਨਿਵੇਸ਼ਵਾਦ ਅਤੇ ਪੱਛਮੀ ਉਪਨਿਵੇਸ਼ਵਾਦ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ। ऑटो क्वासन ने पोस्ट मार्क्सिज्म परियोजना ਨੂੰ ਵਰਤਮਾਨ ਵਿੱਚ ਸਾਮਰਾਜਵਾਦ ਦੇ ਚੱਲ ਰਹੇ ਸਮਾਜਿਕ ਪਰਿਣਾਮਾਂ ਨੂੰ ਸਹਿਨ ਕਰਨ ਲਈ ਸੰਸਕ੍ਰਿਤਿਕ ਮਹੱਤਵਪੂਰਨ ਅਭਿਆਸ ਲਿਆਉਣ ਦੇ ਰੂਪ ਵਿੱਚ ਰੇਖਾਂਕਿਤ ਕੀਤਾ ਹੈ। ਨੈਕਸਟ ਹੈ ਪੋਸਟ ਕਲੋਨੀਅਲਿਜ਼ਮ ਹਮੇਸ਼ਾ ਸੰਸਕ੍ਰਿਤੀ ਨੂੰ ਖੁੱਲ੍ਹ ਕੇ ਪੜ੍ਹਨ ਦੀ ਦ੍ਰਿਸ਼ਟੀ ਤੇ ਗਠਿਤ ਹੋਇਆ। ਪੱਛਮੀ ਸਿਧਾਂਤਕ ਬਹਿਸ ਦੀ ਜ਼ਿਆਦਾਤਰ ਸਿੱਖਿਆ ਲਈ ਪ੍ਰਤਿਬੰਧਿਤ ਸੰਬੰਧਾਂ ਨੂੰ ਸਪਿਵਾਕ ਅਤੇ ਭਾਭਾ ਨੇ ਅਪਣਾਇਆ। ਇਹ ਪੋਸਟ ਕਲੋਨੀਅਲਿਜ਼ਮ ਦੇ ਜਿਹੜੇ ਕਲਚਰ ਸੀ ਉਹਨਾਂ ਨੂੰ ਕੀ ਹੈ ਖੁੱਲ੍ਹ ਕੇ ਪੜ੍ਹਨ ਦਾ ਇੱਕ ਦ੍ਰਿਸ਼ਟੀਕੋਣ ਹੈ ਜਿਹੜਾ ਗਠਿਤ ਕੀਤਾ, ਜਿਸ ਨੂੰ ਕੀ ਹੈ ਸਪਿਵਾਕ ਤੇ ਭਾਭਾ ਨੇ ਅਪਣਾਇਆ ਸੀ। ਪੋਸਟ ਕਲੋਨੀਅਲਿਜ਼ਮ ਅਧਿਐਨ ਇੱਕ ਵਿਸ਼ੇਸ਼ ਖੇਤਰ ਜਾਂ ਸੰਸਕ੍ਰਿਤਿਕ ਅਧਿਐਨ ਅਭਿਆਸ ਦੀ ਪੱਧਤੀ ਹੈ। ਖੇਤਰ ਦੇ ਰੂਪ ਵਿੱਚ ਪੋਸਟ ਕਲੋਨੀਅਲਿਜ਼ਮ ਕਲਾ, ਸਾਹਿਤ, ਪੂਰਵ ਕਲੋਨੀਆਂ ਦੀ ਫਿਲਮਾਂ ਨੇ ਉਪਨਿਵੇਸ਼ਵਾਦ ਦੇ ਕੰਮ ਦਾ ਅਨੁਭਵ ਕਰਾਇਆ ਹੈ ਕਿ ਫੋਰਨ ਕੰਟਰੀਜ਼ ਦੇ ਜਿਹੜੇ ਵੀ ਉਹਨਾਂ ਦੇ ਲਿਟਰੇਚਰ ਹੈ, ਉਹਨਾਂ ਦੇ ਕਲਚਰ ਹੈ, ਉਹਨਾਂ ਨੂੰ ਕੀ ਫਿਲਮਾਂ, ਸਾਹਿਤ, ਕਲਾ ਦੇ ਰੂਪ ਵਿੱਚ ਕੀ ਹੈ ਦਰਸਾਇਆ ਹੈ, ਅਨੁਭਵ ਕਰਾਇਆ ਹੈ। ਠੀਕ ਹੈ। ਪੋਸਟ ਕਲੋਨੀਅਲਿਜ਼ਮ ਇੱਕ ਸੰਸਕ੍ਰਿਤਿਕ ਅੰਤਰ ਜਾਂ ਪ੍ਰਾਦੇਸ਼ਿਕ ਵਿਜੇ ਦੇ ਸੰਬੰਧ ਵਿੱਚ ਵਿਸ਼ਲੇਸ਼ਣ ਕੀਤਾ ਹੈ ਕਿ ਇੱਕ ਸਿਧਾਂਤਕ ਉਪਕਰਨ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ ਕਿ ਉਹਨਾਂ ਦੇ ਜੋ ਵੀ ਸੰਸਕ੍ਰਿਤਿਕ ਅੰਤਰ ਸੀ ਉਹਨਾਂ ਨੂੰ ਕੀ ਹੈ ਇੱਕ ਉਪਕਰਨ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ। ਪੋਸਟ ਕਲੋਨੀਅਲਿਜ਼ਮ ਆਲੋਚਨਾ ਦਾ ਸੰਬੰਧ ਉਸ ਸਾਹਿਤ ਨਾਲ ਹੈ ਜਿਸ ਨੂੰ ਉਪਨਿਵੇਸ਼ਕ ਸ਼ਕਤੀਆਂ ਦੁਆਰਾ ਕੀ ਹੈ ਕਲੋਨੀਜ਼ ਦੀਆਂ ਜਾਂ ਪਾਵਰਫੁਲ ਕੰਟਰੀਆਂ ਦੁਆਰਾ ਕੀ ਹੈ ਸਾਹਿਤ ਜਾਂ ਰਾਜਨੀਤੀ ਦਾ ਲਿਖਿਆ ਇੱਕ ਅਨੋਖਾ ਪਰਿਪੇਖ ਹੈ ਕਿ ਉਹਨਾਂ ਦੁਆਰਾ ਇੱਕ ਪਰਸਪੈਕਟਿਵ ਲਿਖਿਆ ਗਿਆ ਸੀ ਜਿਹੜਾ ਕਿ ਸਾਹਿਤ ਅਤੇ ਪੋਲੀਟਿਕਸ ਨਾਲ ਮਿਕਸ ਸੀ। ਠੀਕ ਹੈ। ਇਸ ਦਾ ਸੰਬੰਧ ਉਸ ਸਾਹਿਤ ਨਾਲ ਹੈ ਜਿਸ ਨੂੰ ਉਪਨਿਵੇਸ਼ਕ ਸ਼ਕਤੀਆਂ ਦੁਆਰਾ ਉਹਨਾਂ ਲੋਕਾਂ ਦੁਆਰਾ ਲਿਖਿਆ ਗਿਆ ਜਿਹੜੇ ਕਿ ਇੱਕ ਕਲੋਨੀਜ਼ ਦੇ ਰੂਪ ਵਿੱਚ ਇੱਕ ਪਾਵਰਫੁਲ ਕੰਟਰੀ ਦੇ ਅੰਡਰ ਰਹੀਆਂ ਸੀ। ਸੋ ਸਟੂਡੈਂਟਸ ਇਹ ਸੀ ਸਾਡਾ ਅੱਜ ਦਾ ਟੌਪਿਕ ਪੋਸਟ ਕਲੋਨੀਅਲਿਜ਼ਮ ਥਿਊਰੀ, ਜਿਸ ਵਿੱਚ ਕੀ ਅਸੀਂ ਪੋਸਟ ਕਲੋਨੀਅਲਿਜ਼ਮ ਦੇ ਬਾਰੇ ਪੜ੍ਹਿਆ, ਉਹਨਾਂ ਦੇ ਸੰਬੰਧਿਤ ਰਿਲੇਟਡ ਕਨਸੈਪਟ ਬਾਰੇ ਪੜ੍ਹਿਆ, ਐਡਵਰਡ ਸਾਈਡ ਦੀ ਓਰੀਐਂਟੇਸ਼ਨ ਬੁੱਕ ਬਾਰੇ ਪੜ੍ਹਿਆ। ਠੀਕ ਹੈ। ਤੋ ਸਾਡਾ ਇਹ ਅੱਜ ਦਾ ਟੌਪਿਕ ਕੰਪਲੀਟ ਹੁੰਦਾ ਹੈ। ਮੇਰੀ ਇਸ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਐਂਡ ਜੋ ਵੀ ਲਾਈਕ ਕਰਦਾ ਹੈ ਤਾਂ ਪਲੀਜ਼ ਇੱਕ ਕਿਊਟ ਜਿਹਾ ਕਮੈਂਟ ਵੀ ਕਰ ਦਿਆ ਕਰੋ ਵੀ ਤੁਹਾਨੂੰ ਇਹ ਵੀਡੀਓ ਕਿਸ ਪ੍ਰਕਾਰ ਦੀ ਲੱਗੀ। ਜੇਕਰ ਕੋਈ ਕਮੀ ਲੱਗਦੀ ਹੈ ਤਾਂ ਤੁਸੀਂ ਪਲੀਜ਼ ਉਸ ਨੂੰ ਜ਼ਰੂਰ ਮੈਂਸ਼ਨ ਕਰਿਆ ਕਰੋ।